ਸੁਜਲ ਇੱਕ ਮਸ਼ਹੂਰ ਵਕੀਲ ਸੀ ਜਿਸ ਦੀ ਜ਼ਿੰਦਗੀ ਬਾਹਰੋਂ ਤਾਮਝਾਮ ਵਾਲੀ ਲੱਗਦੀ ਸੀ। ਵੱਡੇ ਵੱਡੇ ਮੁਕੱਦਮੇ, ਉੱਚ-ਪੱਧਰੀ ਗਾਹਕ ਤੇ ਸ਼ਾਨਦਾਰ ਦਫ਼ਤਰ, ਪਰ ਅੰਦਰੋਂ ਉਹ ਖੁਦ ਨੂੰ ਖੋਇਆ ਹੋਇਆ ਮਹਿਸੂਸ ਕਰਦਾ। ਰੋਜ਼ ਕਾਨੂੰਨੀ ਕਿਤਾਬਾਂ 'ਚ ਗੁੰਝਲਾਂ 'ਚ ਫਸਿਆ ਰਹਿੰਦਾ ਤੇ ਆਪਣੇ ਗਾਹਕਾਂ ਲਈ ਲੜਦਿਆਂ ਉਸ ਨੂੰ ਲੱਗਦਾ ਕਿ ਉਸ ਦੀ ਆਪਣੀ ਜ਼ਿੰਦਗੀ ਨੂੰ ਕੋਈ ਦਿਸ਼ਾ ਨਹੀਂ। ਇੱਕ ਰਾਤ ਜਦੋਂ ਉਹ ਆਪਣੇ ਦਫ਼ਤਰ ਵਿੱਚ ਬੈਠਾ ਸੀ, ਡੈਸਕ ਤੇ ਕੇਸ ਫਾਈਲਾਂ ਪਈਆਂ ਸਨ, ਪਰ ਉਸਦਾ ਮਨ ਉੱਥੇ ਨਹੀਂ ਸੀ। ਉਸਨੇ ਆਪਣੇ ਲੈਪਟਾਪ ਦਾ ਸਕਰੀਨ ਲਾਕ ਕੀਤਾ ਤੇ ਬੁੱਕ ਸ਼ੈਲਫ ਵੱਲ ਵੇਖਿਆ। ਉੱਥੇ ਬਹੁਤ ਸਾਰੀਆਂ ਕਿਤਾਬਾਂ ਸਨ, ਪਰ ਇੱਕ ਨਵੀਂ ਕਿਤਾਬ ਤੇ ਉਸਦੀ ਨਜ਼ਰ ਗਈ। ਦ ਮਾਸਟਰਮਾਈਂਡ ਟ੍ਰਾਂਸਫਾਰਮਿੰਗ ਯੋਰ ਥਾਟਸ ਇਨਟੂ ਸਕਸੈਸ, ਨੈਪੋਲੀਅਨ ਹਿਲ ਵੱਲੋਂ। ਉਸਨੇ ਕਿਤਾਬ ਚੁੱਕੀ, ਉਸ ਤੇ ਜਮੀ ਧੂੜ ਹਟਾਈ ਤੇ ਰੈਂਡਮ ਇੱਕ ਪੰਨਾ ਖੋਲ੍ਹਿਆ। ਥਾਟਸ ਆਰ ਪਾਵਰਫੁਲ, ਉਹ ਤੁਹਾਡੀ ਹਕੀਕਤ ਬਣਾਉਂਦੇ ਹਨ। ਪੋਜ਼ਿਟਿਵ ਸੋਚ ਸਫਲਤਾ ਲਿਆਉਂਦੀ ਹੈ, ਨੈਗੇਟਿਵ ਸੋਚ ਅਸਫਲਤਾ। ਸੁਜਲ ਕੁਝ ਸਮੇਂ ਲਈ ਉਹਨਾਂ ਲਾਈਨਾਂ ਨੂੰ ਤਾਕਦਾ ਰਿਹਾ। ਉਸਨੇ ਸੋਚਿਆ ਕਿ ਮੇਰਾ ਸੋਚਣ ਦਾ ਤਰੀਕਾ ਮੇਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਉਹ ਪਿੱਛੇ ਕੁਰਸੀ 'ਚ ਟਿਕ ਗਿਆ ਤੇ ਸੋਚਣ ਲੱਗਾ ਕਿ ਉਹ ਦਿਨ-ਰਾਤ ਕਿਸ ਤਰ੍ਹਾਂ ਸੋਚਦਾ ਹੈ। ਅਦਾਲਤ ਵਿੱਚ ਤਕਰਾਰ, ਲਾਜ਼ਿਕ ਤੇ ਪ੍ਰਮਾਣ ਤੇ ਆਧਾਰਿਤ ਮਾਈਂਡਸੈਟ ਕੀ ਕਦੇ ਉਹਨੇ ਆਪਣੇ ਥਾਟਸ ਦਾ ਵਿਸ਼ਲੇਸ਼ਣ ਕੀਤਾ। ਉਸ ਨੂੰ ਮਹਿਸੂਸ ਹੋਇਆ ਕਿ ਉਹ ਜ਼ਿਆਦਾਤਰ ਨੈਗੇਟਿਵ ਸੋਚਦਾ ਸੀ। ਜੇਕਰ ਮੈਂ ਇਹ ਕੇਸ ਹਾਰ ਗਿਆ, ਜੇਕਰ ਗਾਹਕ ਅਸੰਤੁਸ਼ਟ ਹੋਇਆ, ਜੇਕਰ ਮੇਰੀ ਪ੍ਰਦਰਸ਼ਨ ਖਰਾਬ ਹੋ ਗਈ। ਉਸਨੇ ਡੂੰਘੀ ਸਾਹ ਲਈ ਤੇ ਆਪਣੀ ਨੋਟਬੁੱਕ ਚੁੱਕੀ। ਜੇ ਮੇਰੇ ਵਿਚਾਰ ਮੇਰੀ ਹਕੀਕਤ ਨਿਰਧਾਰਤ ਕਰਦੇ ਹਨ ਤਾਂ ਮੈਨੂੰ ਉਹਨਾਂ ਨੂੰ ਬਦਲਣਾ ਪਵੇਗਾ। ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਤੋਂ ਉਹ ਆਪਣੇ ਵਿਚਾਰਾਂ ਨੂੰ ਧਿਆਨ ਨਾਲ ਦੇਖੇਗਾ, ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਬਦਲਣ ਦੀ ਕੋਸ਼ਿਸ਼ ਕਰੇਗਾ। ਅਗਲੇ ਦਿਨ ਅਦਾਲਤ ਵਿੱਚ ਇੱਕ ਨਵਾਂ ਕੇਸ ਸੀ। ਇੱਕ ਵਪਾਰੀ ਤੇ ਧੋਖਾਧੜੀ ਦਾ ਦੋਸ਼ ਲੱਗਾ ਸੀ ਤੇ ਸੁਜਲ ਉਸਦਾ ਬਚਾਅ ਕਰਨਾ ਸੀ। ਆਮ ਤੌਰ ਤੇ ਕੇਸ ਤੋਂ ਪਹਿਲਾਂ ਉਹ ਚਿੰਤਤ ਹੋ ਜਾਂਦਾ ਸੀ, ਨੈਗੇਟਿਵ ਸੰਭਾਵਨਾਵਾਂ ਸੋਚਦਾ, ਪਰ ਅੱਜ ਉਸਨੇ ਆਪਣੇ ਆਪ ਨੂੰ ਰੋਕ ਲਿਆ। ਉਸਨੇ ਸੋਚਿਆ, ਮੈਂ ਇਹ ਕੇਸ ਜਿੱਤਾਂਗਾ। ਮੈਂ ਲਾਜ਼ਿਕ ਤੇ ਐਵੀਡੈਂਸ ਤੇ ਧਿਆਨ ਦੇਵਾਂਗਾ, ਨਾ ਕਿ ਅਸਫਲਤਾ ਦੇ ਡਰ ਤੇ। ਤੇ ਅਜੀਬ ਗੱਲ ਇਹ ਸੀ ਕਿ ਜਦੋਂ ਉਸਨੇ ਇਹ ਸੋਚਣਾ ਸ਼ੁਰੂ ਕੀਤਾ ਤਾਂ ਉਸਦੀ ਬਾਡੀ ਲੈਂਗਵੇਜ ਵੀ ਬਦਲਣ ਲੱਗੀ। ਉਸਦੀ ਆਵਾਜ਼ 'ਚ ਹੋਰ ਵਿਸ਼ਵਾਸ ਸੀ, ਉਸਦੇ ਦਲੀਲਾਂ ਹੋਰ ਸਾਫ਼-ਸੁਥਰੀਆਂ ਤੇ ਪੂਰੀ ਤਰੀਕੇ ਨਾਲ ਵਧੀਆ ਹੋ ਗਈਆਂ। ਅਦਾਲਤ ਤੋਂ ਬਾਹਰ ਨਿਕਲਦੇ ਹੀ ਉਸਦਾ ਗਾਹਕ ਮੁਸਕਰਾ ਰਿਹਾ ਸੀ। ਤੁਸੀਂ ਬੇਦ ਸ਼ਾਨਦਾਰ ਹੋ ਸੁਜਲ, ਮੈਂ ਤੁਹਾਡਾ ਆਤਮ-ਵਿਸ਼ਵਾਸ ਕੋਰਟ 'ਚ ਮਹਿਸੂਸ ਕਰ ਸਕਦਾ ਸੀ। ਸੁਜਲ ਨੂੰ ਇੱਕ ਅਜੀਬ ਤਸੱਲੀ ਮਹਿਸੂਸ ਹੋਈ। ਇਹ ਸਿਰਫ ਇੱਕ ਛੋਟਾ ਜਿਹਾ ਬਦਲਾਵ ਸੀ, ਉਸਦੇ ਵਿਚਾਰਾਂ ਦਾ ਨਵਾਂ ਐਂਗਲ, ਪਰ ਉਸਨੇ ਇਸ ਬਦਲਾਵ ਦੀ ਸ਼ਕਤੀ ਨੂੰ ਸਮਝ ਲਿਆ। ਸ਼ਾਮ ਨੂੰ ਜਦੋਂ ਉਹ ਮੁੜ ਆਪਣੇ ਦਫ਼ਤਰ 'ਚ ਬੈਠਾ, ਉਸਨੇ ਕਿਤਾਬ ਖੋਲ੍ਹੀ ਤੇ ਸੋਚਿਆ, ਜੇ ਇਹ ਸਿਰਫ ਸ਼ੁਰੂਆਤ ਹੈ ਤਾਂ ਅੱਗੇ ਕੀ ਹੋਵੇਗਾ। ਉਹ ਦਿਨ ਉਸ ਲਈ ਨਵੇਂ ਨਜ਼ਰੀਏ ਦੀ ਸ਼ੁਰੂਆਤ ਸੀ। ਉਸਨੇ ਮਹਿਸੂਸ ਕੀਤਾ ਕਿ ਉਸਦੇ ਵਿਚਾਰ ਨਾ ਕੇਵਲ ਉਸਦੇ ਭਾਵਨਾਵਾਂ ਅਤੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਰਹੇ ਸਨ, ਸਗੋਂ ਉਸਦੇ ਪੂਰੇ ਕਰੀਅਰ ਨੂੰ ਵੀ। ਪਰ ਇੱਕ ਹੋਰ ਚੀਜ਼ ਸੀ ਜਿਸ ਨੂੰ ਸ਼ਾਇਦ ਉਹ ਅਜੇ ਤੱਕ ਨਜ਼ਰਅੰਦਾਜ਼ ਕਰ ਰਿਹਾ ਸੀ, ਦ ਮਾਸਟਰਮਾਈਂਡ ਪ੍ਰਿੰਸੀਪਲ। ਰਾਤ ਨੂੰ ਜਦੋਂ ਉਹ ਆਪਣੇ ਦਫ਼ਤਰ ਵਿੱਚ ਬੈਠਾ ਤਾਂ ਉਸਨੇ ਅਗਲਾ ਅਧਿਆਇ ਪੜ੍ਹਨਾ ਸ਼ੁਰੂ ਕੀਤਾ। ਸਫਲਤਾ ਅਕਸਰ ਇੱਕ ਸਮੂਹਿਕ ਯਤਨਾਂ ਦਾ ਨਤੀਜਾ ਹੁੰਦੀ ਹੈ। ਦ ਮਾਸਟਰਮਾਈਂਡ ਉਹ ਹੈ ਜਦੋਂ ਦੋ ਜਾਂ ਵੱਧ ਲੋਕ ਇਕੱਠੇ ਇੱਕ ਨਿਸ਼ਚਿਤ ਉਦੇਸ਼ ਵੱਲ ਸੰਗਠਿਤ ਢੰਗ ਨਾਲ ਕੰਮ ਕਰਦੇ ਹਨ। ਉਸਨੇ ਕਿਤਾਬ ਬੰਦ ਕੀਤੀ ਤੇ ਸੋਚਣ ਲੱਗਾ ਕਿ ਉਹ ਵਾਕਈ ਇਹ ਮੰਨਦਾ ਸੀ ਕਿ ਸਫਲਤਾ ਸਿਰਫ ਉਸਦੀ ਆਪਣੀ ਹੀ ਮਿਹਨਤ ਦਾ ਨਤੀਜਾ ਹੁੰਦੀ ਹੈ। ਸ਼ਾਇਦ ਨਹੀਂ, ਪਰ ਉਹ ਹਮੇਸ਼ਾ ਆਪਣੇ ਆਪ ਨੂੰ ਅਦਾਲਤ 'ਚ ਅਕੇਲਾ ਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਭਾਵੇਂ ਉਸਦੇ ਨਾਲ ਕਿੰਨੇ ਵੀ ਜੂਨੀਅਰ ਵਕੀਲ ਹੋਣ, ਉਹ ਹਮੇਸ਼ਾ ਰਣਨੀਤੀ ਬਣਾਉਂਦੇ ਸਮੇਂ ਕਿਸੇ ਦੀ ਵੀ ਰਾਏ ਲੈਣ ਤੋਂ ਕਤਰਾ ਉੱਠਦਾ। ਉਸ ਨੂੰ ਲੱਗਦਾ ਕਿ ਸਭ ਤੋਂ ਵੱਧ ਤਜਰਬਾ ਅਤੇ ਗਿਆਨ ਉਸ ਕੋਲ ਹੀ ਹੈ ਤੇ ਹੋਰਾਂ ਦੀ ਰਾਏ ਨਾਲ ਕੋਈ ਵੱਡਾ ਅੰਤਰ ਨਹੀਂ ਪੈਣ ਵਾਲਾ। ਪਰ ਕੀ ਇਹ ਸੱਚ ਸੀ? ਉਸਨੇ ਧਿਆਨ ਦਿੱਤਾ ਕਿ ਜਦੋਂ ਉਹ ਕਿਸੇ ਉੱਚ-ਪੱਧਰੀ ਕੇਸ ਤੇ ਕੰਮ ਕਰਦਾ ਤਾਂ ਅਕਸਰ ਉਸਦੀ ਜੂਨੀਅਰ ਟੀਮ ਵਿੱਚੋਂ ਕੋਈ ਨਾ ਕੋਈ ਇੱਕ ਅਜਿਹਾ ਐਂਗਲ ਪਕੜ ਲੈਂਦਾ ਜੋ ਉਸਦੇ ਧਿਆਨ 'ਚ ਵੀ ਨਹੀਂ ਆਇਆ ਹੁੰਦਾ। ਸ਼ਾਇਦ ਉਹ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ ਜਾਂ ਸੋਚਦਾ ਕਿ ਉਹਦਾ ਤਰੀਕਾ ਹੀ ਸਭ ਤੋਂ ਵਧੀਆ ਹੈ। ਪਰ ਜੇਕਰ ਉਹ ਆਪਣੇ ਆਲੇ-ਦੁਆਲੇ ਲੋਕਾਂ ਦੇ ਗਿਆਨ ਅਤੇ ਯਤਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਢੰਗ ਨਾਲ ਕੋਆਰਡੀਨੇਟ ਕਰੇ ਤਾਂ ਕੀ ਇਹ ਉਸਦੇ ਕੰਮ ਨੂੰ ਹੋਰ ਬਿਹਤਰ ਬਣਾ ਸਕਦਾ ਸੀ। ਅਗਲੇ ਦਿਨ ਸੁਜਲ ਦੇ ਕੋਲ ਇੱਕ ਹੋਰ ਵੱਡਾ ਕੇਸ ਸੀ। ਇੱਕ ਕੰਪਨੀ ਤੇ ਡਾਟਾ ਲੀਕ ਦਾ ਦੋਸ਼ ਲੱਗਿਆ ਸੀ ਅਤੇ ਉਹ ਕੰਪਨੀ ਦੇ ਬਚਾਅ ਵਿੱਚ ਪੇਸ਼ ਹੋਣ ਵਾਲਾ ਸੀ। ਕੇਸ ਕਾਫੀ ਜਟਿਲ ਸੀ। ਆਰਗੂਮੈਂਟ ਇਹ ਸੀ ਕਿ ਕੰਪਨੀ ਨੇ ਯੂਜ਼ਰਸ ਦੇ ਡਾਟਾ ਨੂੰ ਠੀਕ ਤਰੀਕੇ ਨਾਲ ਸੁਰੱਖਿਅਤ ਨਹੀਂ ਕੀਤਾ। ਆਮ ਤੌਰ ਤੇ ਉਹ ਆਪਣੇ ਆਪ ਹੀ ਪੂਰੀ ਕੇਸ ਰਣਨੀਤੀ ਤੈਅ ਕਰਦਾ ਅਤੇ ਆਪਣੇ ਅਸਿਸਟੈਂਟਸ ਨੂੰ ਛੋਟੇ-ਛੋਟੇ ਕੰਮ ਵੰਡ ਦਿੰਦਾ। ਪਰ ਇਸ ਵਾਰ ਉਸਨੇ ਕੁਝ ਵੱਖਰਾ ਕਰਨ ਦਾ ਸੋਚਿਆ। ਉਹ ਆਪਣੀ ਪੂਰੀ ਟੀਮ ਨੂੰ ਕਾਨਫਰੰਸ ਰੂਮ 'ਚ ਬੁਲਾਇਆ ਅਤੇ ਪੁੱਛਿਆ, ਇਸ ਕੇਸ ਬਾਰੇ ਤੁਹਾਡੀ ਕੀ ਰਾਏ ਹੈ। ਟੀਮ ਦੇ ਲੋਕ ਪਹਿਲਾਂ ਤਾਜ਼ੁਬ ਹੋਏ ਕਿਉਂਕਿ ਸੁਜਲ ਆਮ ਤੌਰ ਤੇ ਇੰਨਾ ਖੁੱਲ੍ਹਾ ਵਿਚਾਰ ਵਟਾਂਦਰਾ ਨਹੀਂ ਕਰਦਾ ਸੀ। ਪਰ ਹੌਲੀ-ਹੌਲੀ ਸਭ ਨੇ ਆਪਣੀ ਰਾਏ ਦੇਣੀ ਸ਼ੁਰੂ ਕਰ ਦਿੱਤੀ। ਇੱਕ ਜੂਨੀਅਰ ਵਕੀਲ, ਰਿਆ, ਨੇ ਕਿਹਾ, ਸਰ,
ਵਿਰੋਧੀ ਪੱਖ ਸਾਡੀ ਕੰਪਨੀ ਦੇ ਸਿਕਿਉਰਿਟੀ ਸਿਸਟਮ ਦੀਆਂ ਕਮਜ਼ੋਰੀਆਂ ਤੇ ਧਿਆਨ ਦੇ ਰਹੇ ਹਨ, ਪਰ ਜੇਕਰ ਅਸੀਂ ਸਾਬਤ ਕਰ ਸਕੀਏ ਕਿ ਉਹਨਾਂ ਨੇ ਪਹਿਲਾਂ ਹੀ ਜ਼ਰੂਰੀ ਰੋਕਥਾਮ ਦੇ ਕਦਮ ਚੁੱਕੇ ਸਨ ਤਾਂ ਇਹ ਸਾਡਾ ਕੇਸ ਮਜ਼ਬੂਤ ਕਰ ਸਕਦਾ ਹੈ। ਸੁਜਲ ਨੇ ਮਹਿਸੂਸ ਕੀਤਾ ਕਿ ਰਿਆ ਦੀ ਗੱਲ ਵਿੱਚ ਵਜਨ ਸੀ ਅਤੇ ਉਸਨੇ ਖੁਦ ਇਸ ਐਂਗਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਫਿਰ ਇੱਕ ਹੋਰ ਟੀਮ ਮੈਂਬਰ ਕਰਨ ਨੇ ਕਿਹਾ, ਜੇਕਰ ਅਸੀਂ ਹੋਰ ਕੰਪਨੀਆਂ ਦੇ ਉਹ ਕੇਸ ਸਟੱਡੀਜ਼ ਲੱਭ ਲਈਏ ਜਿੱਥੇ ਐਸੀ ਹੀ ਪਰਿਸਥਿਤੀ ਹੋਈ ਸੀ ਅਤੇ ਕੋਰਟ ਨੇ ਕੰਪਨੀਆਂ ਦੇ ਹੱਕ 'ਚ ਫੈਸਲਾ ਦਿੱਤਾ ਸੀ ਤਾਂ ਸਾਨੂੰ ਇੱਕ ਮਜ਼ਬੂਤ ਨਜ਼ੀਰ ਮਿਲ ਸਕਦੀ ਹੈ। ਸੁਜਲ ਨੂੰ ਸਮਝ ਆਇਆ ਕਿ ਇਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਹਮੇਸ਼ਾ ਆਪਣੇ ਹੀ ਵਿਚਾਰਾਂ ਤੇ ਜ਼ਿਆਦਾ ਭਰੋਸਾ ਕੀਤਾ ਸੀ, ਪਰ ਜਦੋਂ ਉਸਨੇ ਆਪਣੀ ਟੀਮ ਨੂੰ ਖੁੱਲ੍ਹ ਕੇ ਸੋਚਣ ਦਿੱਤਾ ਤਾਂ ਕਿੰਨੇ ਨਵੇਂ ਨਜ਼ਰੀਏ ਸਾਹਮਣੇ ਆਏ। ਉਸਨੇ ਤੁਰੰਤ ਫੈਸਲਾ ਲਿਆ ਕਿ ਉਹ ਇਸ ਕੇਸ ਵਿੱਚ ਮਾਸਟਰਮਾਈਂਡ ਦ੍ਰਿਸ਼ਟੀਕੋਣ ਨੂੰ ਅਪਣਾਏਗਾ, ਹਰ ਇੱਕ ਦੀ ਗਿਆਨ ਅਤੇ ਯਤਨਾਂ ਨੂੰ ਇਕੱਠਾ ਕਰਕੇ ਇੱਕ ਸ਼ਕਤੀਸ਼ਾਲੀ ਰਣਨੀਤੀ ਤਿਆਰ ਕਰੇਗਾ। ਅਗਲੇ ਕੁਝ ਦਿਨਾਂ ਵਿੱਚ ਉਸਨੇ ਟੀਮ ਨੂੰ ਵੱਖ-ਵੱਖ ਕੰਮ ਸੌਂਪ ਦਿੱਤੇ। ਰਿਆ ਨੇ ਕੰਪਨੀ ਦੇ ਸਿਕਿਉਰਿਟੀ ਉਪਾਅ ਤੇ ਵਿਸ਼ਲੇਸ਼ਣਾਤਮਕ ਰਿਪੋਰਟ ਤਿਆਰ ਕੀਤੀ, ਕਰਨ ਨੇ ਹੋਰ ਕੇਸ ਸਟੱਡੀਜ਼ ਖੰਗਾਲੀਆਂ ਅਤੇ ਬਾਕੀ ਟੀਮ ਨੇ ਕੋਰਟ ਵਿੱਚ ਪੇਸ਼ ਕਰਨ ਲਈ ਮਜ਼ਬੂਤ ਦਲੀਲਾਂ ਤਿਆਰ ਕੀਤੀਆਂ। ਸੁਜਲ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਜਦੋਂ ਇੱਕ ਟੀਮ ਇਕਜੁੱਟ ਹੋ ਕੇ ਸਥਿਰਤਾ ਅਤੇ ਸਮਰਥਨ ਨਾਲ ਕੰਮ ਕਰਦੀ ਹੈ ਤਾਂ ਸਫਲਤਾ ਦੀ ਸੰਭਾਵਨਾ ਕਿੰਨੀ ਵੱਧ ਜਾਂਦੀ ਹੈ। ਜਦੋਂ ਕੋਰਟ ਦਾ ਦਿਨ ਆਇਆ ਤਾਂ ਸੁਜਲ ਨੇ ਆਪਣੇ ਅੰਦਰ ਇੱਕ ਵੱਖਰਾ ਵਿਸ਼ਵਾਸ ਮਹਿਸੂਸ ਕੀਤਾ। ਇਸ ਵਾਰ ਸਿਰਫ ਉਸਦੀ ਆਪਣੀ ਤਿਆਰੀ ਨਹੀਂ ਸੀ, ਪੂਰੀ ਟੀਮ ਦੀ ਮਿਹਨਤ ਅਤੇ ਇਕੱਠੇ ਯਤਨਾਂ ਦੀ ਤਾਕਤ ਵੀ ਉਸ ਨਾਲ ਸੀ। ਜਦੋਂ ਵਿਰੋਧੀ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਤਾਂ ਸੁਜਲ ਨੇ ਇੱਕ-ਇੱਕ ਕਰਕੇ ਆਪਣੀ ਟੀਮ ਦੇ ਪੁਆਇੰਟਸ ਨੂੰ ਵਰਤਿਆ। ਉਸਨੇ ਰਿਆ ਦੇ ਵਿਚਾਰਾਂ ਨੂੰ ਪਹਿਲੀ ਰੱਖਿਆਵਟ ਵਜੋਂ ਪੇਸ਼ ਕੀਤਾ, ਕਰਨ ਦੀਆਂ ਪ੍ਰੈਸੀਡੈਂਟ ਕੇਸ ਸਟੱਡੀਜ਼ ਨੂੰ ਕੋਰਟ ਵਿੱਚ ਰੱਖਿਆ ਅਤੇ ਬਾਕੀ ਟੀਮ ਦੇ ਆਈਡੀਆਜ਼ ਨਾਲ ਆਪਣੀਆਂ ਦਲੀਲਾਂ ਹੋਰ ਵੀ ਮਜ਼ਬੂਤ ਬਣਾਈਆਂ। ਕੋਰਟ ਰੂਮ ਦਾ ਮਾਹੌਲ ਤਣਾਅ ਭਰਿਆ ਸੀ, ਪਰ ਜਦੋਂ ਸੁਜਲ ਨੇ ਆਪਣਾ ਕਲੋਜ਼ਿੰਗ ਸਟੇਟਮੈਂਟ ਦਿੱਤਾ ਤਾਂ ਜੱਜ ਨੇ ਸਿਰ ਹਿਲਾਇਆ। ਉਹ ਵੇਖ ਸਕਦਾ ਸੀ ਕਿ ਹੁਣ ਉਸ ਦਾ ਕੇਸ ਪੱਕਾ ਹੋ ਗਿਆ ਸੀ ਅਤੇ ਉਸ ਦੀ ਆਰਗੂਮੈਂਟ ਵਿੱਚ ਉਹ ਤਾਰਤੰਤਰ ਸੀ ਜੋ ਪਹਿਲਾਂ ਗੈਰ ਹਾਜ਼ਰ ਰਹਿੰਦਾ ਸੀ। ਜਦੋਂ ਜੱਜ ਨੇ ਫੈਸਲਾ ਸੁਣਾਇਆ ਤਾਂ ਕੰਪਨੀ ਦੇ ਹੱਕ ਵਿੱਚ ਗਿਆ। ਕੇਸ ਜਿੱਤਣ ਤੋਂ ਬਾਅਦ ਜਦੋਂ ਸੁਜਲ ਆਪਣੀ ਟੀਮ ਨਾਲ ਬਾਹਰ ਆਇਆ ਤਾਂ ਰਿਆ ਨੇ ਕਿਹਾ, ਸਰ, ਅੱਜ ਦਾ ਕੇਸ ਵੱਖਰਾ ਮਹਿਸੂਸ ਹੋਇਆ, ਸ਼ਾਇਦ ਕਿਉਂਕਿ ਇਸ ਵਾਰ ਅਸੀਂ ਸਭ ਦੇ ਆਈਡੀਆਜ਼ ਨੂੰ ਵਰਤਿਆ। ਸੁਜਲ ਮੁਸਕਰਾਇਆ। ਇਹ ਪਹਿਲੀ ਵਾਰ ਸੀ ਜਦੋਂ ਉਸਨੇ ਮਹਿਸੂਸ ਕੀਤਾ ਕਿ ਇੱਕ ਅਸਲੀ ਮਾਸਟਰਮਾਈਂਡ ਉਹੀ ਹੁੰਦਾ ਹੈ ਜੋ ਇਕੱਲੇ ਜਿੱਤਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਗਿਆਨ ਅਤੇ ਉਹਨਾਂ ਦੀ ਮਨਤ ਨੂੰ ਇੱਕ ਸੁਰ ਵਿੱਚ ਲੈ ਕੇ ਚੱਲਦਾ ਹੈ। ਰਾਤ ਨੂੰ ਆਪਣੇ ਦਫ਼ਤਰ ਵਿੱਚ ਬੈਠ ਕੇ ਉਸਨੇ ਫਿਰ ਦ ਮਾਸਟਰਮਾਈਂਡ ਬੁੱਕ ਖੋਲੀ ਅਤੇ ਸੋਚਿਆ, ਜੇਕਰ ਮੈਂ ਹੁਣ ਤੱਕ ਇਕੱਲਾ ਹੀ ਇੰਨਾ ਕੁਝ ਹਾਸਲ ਕਰ ਸਕਿਆ ਹਾਂ ਤਾਂ ਸੋਚੋ, ਜੇਕਰ ਮੈਂ ਠੀਕ ਤਰੀਕੇ ਨਾਲ ਮਾਸਟਰਮਾਈਂਡ ਐਪਰੋਚ ਅਪਣਾਵਾਂ ਤਾਂ ਮੇਰੀ ਜ਼ਿੰਦਗੀ ਵਿੱਚ ਹੋਰ ਕਿੰਨੀ ਬਦੋਤੀ ਹੋ ਸਕਦੀ ਹੈ। ਸੁਜਲ ਲਈ ਇਹ ਨਵਾਂ ਤਰੀਕਾ ਕੰਮ ਕਰ ਰਿਹਾ ਸੀ। ਉਸਨੇ ਆਪਣੀ ਸੋਚ ਬਦਲੀ ਅਤੇ ਵੇਖਿਆ ਕਿ ਜਦੋਂ ਉਸਨੇ ਆਪਣੀ ਟੀਮ ਦੇ ਨਾਲ ਮਿਲ ਕੇ ਕੰਮ ਕੀਤਾ ਤਾਂ ਨਤੀਜੇ ਵੀ ਹੋਰ ਵਧੀਆ ਆਉਣ ਲੱਗੇ। ਪਰ ਇੱਕ ਸਵਾਲ ਹੁਣ ਵੀ ਬਾਕੀ ਸੀ, ਆਖਿਰ ਉਹ ਖੁਦ ਚਾਹੁੰਦਾ ਕੀ ਸੀ? ਉਹ ਕਿਹੜੇ ਪਾਸੇ ਜਾ ਰਿਹਾ ਸੀ? ਕੋਰਟ ਰੂਮ ਦੀ ਜਿੱਤ, ਉੱਚ ਪ੍ਰੋਫਾਈਲ ਕਲਾਇੰਟ, ਵੱਡੀਆਂ ਫੀਸਾਂ, ਇਹ ਸਭ ਕੁਝ ਉਸ ਨੂੰ ਉਤਸ਼ਾਹਿਤ ਕਰਦਾ ਸੀ, ਪਰ ਕੀ ਇਹੀ ਉਸਦਾ ਅਸਲ ਮਕਸਦ ਸੀ? ਰਾਤ ਦੇ 2:30 ਵਜੇ ਦਫ਼ਤਰ ਵਿੱਚ ਬੈਠਿਆ ਉਹ ਬੁੱਕ ਦੇ ਅਗਲੇ ਅਧਿਆਏ ਤੇ ਆ ਗਿਆ। ਡੈਫਿਨਿਟਨੈਸ ਆਫ ਪਰਪਸ, ਇੱਕਦਮ ਸਪਸ਼ਟ ਤਰੀਕੇ ਨਾਲ ਜਾਣਨਾ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਸਫਲਤਾ ਵੱਲ ਪਹਿਲਾ ਕਦਮ ਹੁੰਦਾ ਹੈ। ਉਸ ਕੋਲ ਨਾਮ, ਸ਼ੋਹਰਤ ਅਤੇ ਪੈਸਾ ਸਭ ਕੁਝ ਸੀ, ਪਰ ਕੀ ਇਹੀ ਕਾਫੀ ਸੀ? ਪਰ ਫਿਰ ਵੀ ਉਸ ਦੇ ਅੰਦਰ ਕਿਤੇ ਇੱਕ ਖਾਲੀਪਨ ਸੀ। ਸੁਜਲ ਨੇ ਆਪਣਾ ਲੈਪਟਾਪ ਖੋਲ੍ਹਿਆ ਅਤੇ ਆਪਣੀਆਂ ਪੁਰਾਣੀਆਂ ਫਾਈਲਾਂ ਦੇਖਣ ਲੱਗਾ। ਕੁਝ ਸਾਲ ਪਹਿਲਾਂ ਉਸਨੇ ਸੋਚਿਆ ਸੀ ਕਿ ਉਹ ਇੱਕ ਐਸੀ ਲਾ ਫਰਮ ਬਣਾਵੇਗਾ ਜਿੱਥੇ ਸਿਰਫ ਕੇਸ ਜਿੱਤਣ ਤੇ ਧਿਆਨ ਨਾ ਹੋਵੇ, ਸਗੋਂ ਕਲਾਇੰਟਸ ਨੂੰ ਅਸਲ ਲੀਗਲ ਗਾਈਡੈਂਸ ਮਿਲੇ। ਉਸ ਨੂੰ ਯਾਦ ਆਇਆ ਕਿ ਜਦੋਂ ਉਸਨੇ ਲਾ ਸਕੂਲ ਵਿੱਚ ਦਾਖਲਾ ਲਿਆ ਸੀ ਤਾਂ ਉਸਦਾ ਸੁਪਨਾ ਇਹ ਸੀ ਕਿ ਉਹ ਸਿਰਫ ਇੱਕ ਕਾਰਪੋਰੇਟ ਵਕੀਲ ਬਣ ਕੇ ਪੈਸੇ ਕਮਾਉਣ ਲਈ ਕੰਮ ਨਹੀਂ ਕਰੇਗਾ, ਬਲਕਿ ਉਹਨਾਂ ਲੋਕਾਂ ਦੀ ਮਦਦ ਕਰੇਗਾ ਜਿਨ੍ਹਾਂ ਨੂੰ ਅਸਲ ਵਿੱਚ ਨਿਆਂ ਦੀ ਲੋੜ ਹੈ। ਪਰ ਹੁਣ ਤੱਕ ਉਸਦਾ ਪੂਰਾ ਕਰੀਅਰ ਕੇਵਲ ਉੱਚ ਪ੍ਰੋਫਾਈਲ ਕਲਾਇੰਟਸ ਅਤੇ ਵੱਡੇ-ਵੱਡੇ ਕੇਸ ਜਿੱਤਣ ਤੱਕ ਹੀ ਸੀਮਤ ਰਹਿ ਗਿਆ ਸੀ। ਉਸਨੇ ਡੂੰਘੀ ਸਾਹ ਲਈ ਅਤੇ ਆਪਣੀ ਨੋਟਬੁੱਕ ਕੱਢੀ। ਉਸਨੇ ਲਿਖਿਆ, ਮੈਂ ਕੀ ਚਾਹੁੰਦਾ ਹਾਂ? ਇਸ ਦਾ ਜਵਾਬ ਲੱਭਣ ਲਈ ਉਸਨੇ ਆਪਣੇ ਪੁਰਾਣੀਆਂ ਯਾਦਾਂ ਵਿੱਚ ਜਾਣਾ ਸ਼ੁਰੂ ਕੀਤਾ। ਉਸ ਨੂੰ ਯਾਦ ਆਇਆ ਕਿ ਜਦੋਂ ਉਸਨੇ ਆਪਣਾ ਪਹਿਲਾ ਕੇਸ ਲੜਿਆ ਸੀ ਤਾਂ ਉਹ ਕਿੰਨਾ ਉਤਸ਼ਾਹਿਤ ਸੀ। ਉਸ ਸਮੇਂ ਕੋਈ ਵੱਡਾ ਕਲਾਇੰਟ ਨਹੀਂ ਸੀ, ਕੋਈ ਉੱਚੀ ਫੀਸ ਨਹੀਂ ਸੀ, ਬਸ ਸੱਚਾਈ ਲਈ ਲੜਨ ਦੀ ਇੱਕ ਲਲਕਾਰ ਸੀ। ਪਰ ਹੌਲੀ-ਹੌਲੀ ਪੈਸੇ ਅਤੇ ਸਫਲਤਾ ਦੀ ਦੌੜ ਵਿੱਚ ਉਹਦੀ ਅਸਲ ਮੰਜ਼ਿਲ ਕਿਤੇ ਗੁੰਮ ਹੋ ਗਈ। ਅਗਲੇ ਦਿਨ ਕੋਰਟ ਵਿੱਚ ਇੱਕ ਨਵਾਂ ਕੇਸ ਸੀ। ਇਹ ਮਾਮਲਾ ਇੱਕ ਗਰੀਬ ਵਿਅਕਤੀ ਨਾਲ ਜੁੜਿਆ ਸੀ ਜੋ ਆਪਣੀ ਜ਼ਮੀਨ ਬਚਾਉਣ ਲਈ ਲੜ ਰਿਹਾ ਸੀ। ਸਾਹਮਣੇ ਇੱਕ ਵੱਡੀ ਰੀਅਲ ਐਸਟੇਟ ਕੰਪਨੀ ਸੀ ਜਿਸ ਕੋਲ ਸ਼ਕਤੀਸ਼ਾਲੀ ਵਕੀਲਾਂ ਦੀ ਟੀਮ ਸੀ। ਸੁਜਲ ਨੇ ਵੇਖਿਆ ਕਿ ਇਸ ਆਦਮੀ ਕੋਲ ਕੋਈ ਵੱਡਾ ਵਕੀਲ ਨਹੀਂ ਸੀ, ਉਹ ਆਪਣੇ ਹੱਕ ਲਈ ਆਪ ਲੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੁਜਲ ਨੇ ਆਪਣੇ ਕਲਾਇੰਟ ਨਾਲ ਮੁਲਾਕਾਤ ਕੀਤੀ। ਉਹ ਇੱਕ ਬਜ਼ੁਰਗ ਕਿਸਾਨ ਸੀ ਜਿਸ ਦੀ ਜ਼ਮੀਨ ਗਲਤ ਲੀਗਲ ਦਸਤਾਵੇਜ਼ਾਂ ਦੇ ਆਧਾਰ ਤੇ ਹੜਪ ਲਈ ਗਈ ਸੀ। ਉਸ ਦੀ ਆਵਾਜ਼ 'ਚ ਦਰਦ ਸੀ ਅਤੇ ਅੱਖਾਂ 'ਚ ਉਮੀਦ। ਉਸਨੇ ਸੁਜਲ ਨੂੰ ਆਖਿਆ, ਬਾਬੂ ਜੀ, ਮੈਨੂੰ ਬਸ ਮੇਰਾ ਹੱਕ ਚਾਹੀਦਾ, ਹੋਰ ਕੁਝ ਨਹੀਂ। ਉਸ ਰਾਤ ਸੁਜਲ ਦੇਰ ਤੱਕ ਸੋਚਦਾ ਰਿਹਾ। ਉਹ ਜਾਣਦਾ ਸੀ ਕਿ ਜੇਕਰ ਉਸਨੇ ਇਹ ਕੇਸ ਲੈ ਲਿਆ ਤਾਂ ਇਸ 'ਚ ਉਤਨੀ ਫੀਸ ਨਹੀਂ ਮਿਲੇਗੀ ਜਿੰਨੀ ਉਸਦੇ ਵੱਡੇ ਕਾਰਪੋਰੇਟ ਕਲਾਇੰਟ ਦਿੰਦੇ ਸਨ। ਪਰ ਉਸਨੂੰ ਮਹਿਸੂਸ ਹੋਇਆ ਕਿ ਇਹ ਕੇਵਲ ਇੱਕ ਕਾਨੂੰਨੀ ਲੜਾਈ ਨਹੀਂ ਸੀ, ਇਹ ਉਸਦੀ ਆਪਣੀ ਲੜਾਈ ਸੀ, ਉਸਦੇ ਪੁਰਾਣੇ ਸੁਪਨੇ ਨੂੰ ਮੁੜ ਜਗਾਉਣ ਦੀ। ਅਗਲੇ ਦਿਨ ਉਸਨੇ ਫੈਸਲਾ ਕਰ ਲਿਆ। ਉਸਨੇ ਕਿਸਾਨ ਦਾ ਕੇਸ ਮੁਫਤ ਲੜਨ ਦਾ ਫੈਸਲਾ ਕੀਤਾ। ਜਦੋਂ ਉਸਨੇ ਆਪਣੀ ਟੀਮ ਨੂੰ ਇਹ ਬਤਾਇਆ ਤਾਂ ਕੁਝ ਲੋਕ ਹੈਰਾਨ ਹੋਏ, ਪਰ ਕੁਝ ਨੇ ਮੁਸਕਰਾ ਕੇ ਸਿਰ ਹਿਲਾਇਆ। ਰਿਆ ਨੇ ਕਿਹਾ, ਸਰ, ਇਹ ਕੇਸ ਸ਼ਾਇਦ ਉਤਨੇ ਪੈਸੇ ਨਾ ਲਿਆਵੇ, ਪਰ ਇਹ ਸ਼ਾਇਦ ਤੁਹਾਨੂੰ ਉਹ ਵਾਪਸ ਦਿਲਾਵੇ ਜੋ ਤੁਸੀਂ ਲੱਭ ਰਹੇ ਹੋ। ਕੋਰਟ ਰੂਮ ਵਿੱਚ ਜਦੋਂ ਸੁਜਲ ਨੇ ਆਪਣੀ ਦਲੀਲ ਰੱਖੀ ਤਾਂ ਉਸਦੇ ਅੰਦਰ ਇੱਕ ਵੱਖਰੀ ਹੀ ਤਾਕਤ ਅਤੇ ਜਨੂੰਨ ਸੀ। ਉਸਨੇ ਸਿਰਫ ਕਾਨੂੰਨੀ ਨੁਕਤਿਆਂ ਤੇ ਹੀ ਨਹੀਂ, ਸਗੋਂ ਇਹ ਵੀ ਦੱਸਿਆ ਕਿ ਕਿਵੇਂ ਕਾਨੂੰਨ ਨੂੰ ਅਕਸਰ ਤਾਕਤਵਰ ਲੋਕਾਂ ਦੇ ਹੱਕ 'ਚ ਮੋੜਿਆ ਜਾਂਦਾ ਹੈ ਅਤੇ ਕਿਉਂ ਸਹੀ ਇਰਾਦੇ ਨਾਲ ਕਾਨੂੰਨ ਦੀ ਵਰਤੋਂ ਕਰਨੀ ਲਾਜ਼ਮੀ ਹੈ। ਜੱਜ ਨੇ ਫੈਸਲਾ ਕਿਸਾਨ ਦੇ ਹੱਕ 'ਚ ਸੁਣਾਇਆ। ਜਦੋਂ ਉਹ ਕੋਰਟ ਤੋਂ ਬਾਹਰ ਨਿਕਲਿਆ ਤਾਂ ਕਿਸਾਨ ਨੇ ਉਸਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਸੁਜਲ ਨੇ ਝੱਟ ਉਸਨੂੰ ਰੋਕਿਆ ਤੇ ਕਿਹਾ, ਚਾਚਾ, ਇਹ ਤੁਹਾਡਾ ਹੱਕ ਸੀ, ਮੈਂ ਸਿਰਫ ਆਪਣਾ ਕੰਮ ਕੀਤਾ। ਉਸ ਦਿਨ ਪਹਿਲੀ ਵਾਰ ਉਸਨੂੰ ਅਸਲ ਮੁਕਾਮ ਮਿਲਣ ਦੀ ਮਹਿਸੂਸ ਹੋਈ। ਉਹ ਅਹਿਸਾਸ ਕਿਸੇ ਵੀ ਵੱਡੇ ਕਾਰਪੋਰੇਟ ਕੇਸ ਜਿੱਤਣ ਨਾਲੋਂ ਵੱਡਾ ਸੀ। ਹੁਣ ਉਸਨੂੰ ਸਮਝ ਆ ਗਿਆ ਸੀ ਕਿ ਉਸਦਾ ਅਸਲ ਮਕਸਦ ਸਿਰਫ ਪੈਸਾ ਤੇ ਸ਼ੋਹਰਤ ਨਹੀਂ ਸੀ, ਸਗੋਂ ਅਸਲ ਇਨਸਾਫ ਦਿਲਾਉਣਾ ਸੀ। ਉਸਨੇ ਨਿਸ਼ਚੈ ਕਰ ਲਿਆ ਕਿ ਹਰ ਸਾਲ ਉਹ ਕੁਝ ਐਸੇ ਕੇਸ ਲੜੇਗਾ ਜਿੱਥੇ ਲੋਕ ਅਸਲ ਵਿੱਚ ਉਸਦੀ ਲੋੜ ਮਹਿਸੂਸ ਕਰਦੇ ਹਨ, ਨਾ ਕਿ ਸਿਰਫ ਉਹ ਕਲਾਇੰਟ ਜੋ ਮੋਟੀ ਰਕਮ ਭਰਨ ਦੀ ਸਮਰੱਥਾ ਰੱਖਦੇ ਹਨ। ਰਾਤ ਨੂੰ ਉਸਨੇ ਆਪਣੀ ਨੋਟਬੁੱਕ ਖੋਲੀ ਤੇ ਲਿਖਿਆ, ਹੁਣ ਮੈਨੂੰ ਪਤਾ ਹੈ ਕਿ ਮੈਂ ਕੀ ਚਾਹੁੰਦਾ ਹਾਂ। ਹੁਣ ਸੁਜਲ ਨੂੰ ਆਪਣੇ ਜੀਵਨ ਦੇ ਅਸਲ ਉਦੇਸ਼ ਦਾ ਅਹਿਸਾਸ ਹੋ ਗਿਆ ਸੀ, ਪਰ ਉਸਦੀ ਯਾਤਰਾ ਇੱਥੇ ਖਤਮ ਨਹੀਂ ਹੋਈ ਸੀ। ਉਹ ਹੁਣ ਸਮਝ ਚੁੱਕਾ ਸੀ ਕਿ ਸਿਰਫ ਇੱਕ ਸਾਫ਼ ਨੀਅਤ ਹੋਣ ਨਾਲ ਕੁਝ ਨਹੀਂ ਹੁੰਦਾ, ਸਗੋਂ ਉਹਨਾਂ ਇਰਾਦਿਆਂ ਨੂੰ ਹਕੀਕਤ 'ਚ ਬਦਲਣ ਲਈ ਸਹੀ ਸੋਚ ਅਤੇ ਉਤਸ਼ਾਹ ਵੀ ਚਾਹੀਦਾ ਹੈ। ਲਾਈਕ ਅਟਰੈਕਟ ਲਾਈਕ ਉਸਨੇ ਆਪਣੀ ਕਿਤਾਬ 'ਚ ਪੜ੍ਹਿਆ ਸੀ, ਜਿਸ ਦਾ ਮਤਲਬ ਸੀ ਕਿ ਜੇਕਰ ਉਹ ਹਮੇਸ਼ਾ ਤਨਾਤਮਕ ਸੋਚੇਗਾ ਤਾਂ ਚੰਗੀਆਂ ਚੀਜ਼ਾਂ ਉਸਦੀ ਜ਼ਿੰਦਗੀ 'ਚ ਆਉਣਗੀਆਂ, ਪਰ ਜੇਕਰ ਉਹ ਡਰ, ਸੰਦੇਹ ਜਾਂ ਨਕਾਰਾਤਮਕਤਾ ਵਿੱਚ ਫਸਿਆ ਰਹੇਗਾ ਤਾਂ ਇਸ ਦਾ ਅਸਰ ਉਸਦੇ ਕਰੀਅਰ ਅਤੇ ਜੀਵਨ ਤੇ ਵੀ ਪਵੇਗਾ। ਇੱਕ ਸ਼ਾਮ ਜਦੋਂ ਉਹ ਆਪਣੇ ਦਫ਼ਤਰ 'ਚ ਬੈਠਾ ਕੇਸ ਦੀ ਤਿਆਰੀ ਕਰ ਰਿਹਾ ਸੀ, ਬਾਹਰ ਮੀਂਹ ਪੈ ਰਹੀ ਸੀ। ਖਿੜਕੀ 'ਚੋਂ ਵਰਸ ਰਹੀਆਂ ਬੂੰਦਾਂ ਦੀ ਆਵਾਜ਼ ਆ ਰਹੀ ਸੀ। ਉਸਨੇ ਆਪਣਾ ਕਾਫੀ ਦਾ ਮੱਗ ਚੁੱਕਿਆ ਤੇ ਸੋਚਣ ਲੱਗਾ ਕਿ ਕਿਵੇਂ ਕੁਝ ਦਿਨਾਂ ਵਿੱਚ ਹੀ ਉਸਦੀ ਸੋਚ ਵਿੱਚ ਇੰਨਾ ਵੱਡਾ ਬਦਲਾਅ ਆ ਗਿਆ। ਪਹਿਲਾਂ ਉਹ ਸਿਰਫ ਵੱਡੇ ਕਲਾਇੰਟ, ਉੱਚ ਪ੍ਰੋਫਾਈਲ ਕੇਸ ਅਤੇ ਜਿੱਤਣ ਦੀ ਰਣਨੀਤੀ ਬਾਰੇ ਸੋਚਦਾ ਸੀ, ਪਰ ਹੁਣ ਉਹ ਇਹ ਵੀ ਦੇਖ ਰਿਹਾ ਸੀ ਕਿ ਉਸਦੇ ਕੰਮ ਦਾ ਅਸਲ ਪ੍ਰਭਾਵ ਕੀ ਹੈ। ਉਹਨਾਂ ਵਿਚਾਰਾਂ ਵਿੱਚ ਗੁੰਮ ਸੀ ਕਿ ਅਚਾਨਕ ਉਸਦਾ ਫੋਨ ਵੱਜਿਆ। ਸਕਰੀਨ ਤੇ ਇੱਕ ਪੁਰਾਣਾ ਨਾਂ ਚਮਕ ਰਿਹਾ ਸੀ, ਆਯੂਸ਼ ਦਾ ਦੋਸਤ, ਜੋ ਹੁਣ ਇੱਕ ਫਾਈਨੈਂਸ ਕੰਪਨੀ 'ਚ ਕੰਮ ਕਰ ਰਿਹਾ ਸੀ। ਸੁਜਲ ਨੂੰ ਫੋਨ ਕਰਦਾ ਹੈ, ਭਾਈ, ਇੱਕ ਜਟਿਲ ਮਾਮਲਾ ਆ ਗਿਆ ਹੈ। ਆਯੂਸ਼ ਦੀ ਆਵਾਜ਼ 'ਚ ਚਿੰਤਾ ਸੀ। ਸਾਡੀ ਕੰਪਨੀ ਨੇ ਇੱਕ ਵੱਡੀ ਡੀਲ 'ਚ ਹੱਥ ਪਾਇਆ ਸੀ, ਪਰ ਲੀਗਲ ਸ਼ਰਤਾਂ ਠੀਕ ਤਰੀਕੇ ਨਾਲ ਕਲੀਅਰ ਨਹੀਂ ਸਨ। ਹੁਣ ਸਾਡੀ ਪੇਮੈਂਟ ਅਟਕੀ ਪਈ ਹੈ, ਮੈਨੂੰ ਤੇਰੀ ਮਦਦ ਚਾਹੀਦੀ ਹੈ। ਸੁਜਲ ਨੂੰ ਥੋੜਾ ਅਜੀਬ ਲੱਗਿਆ। ਆਯੂਸ਼ ਕਦੇ ਕਿਸੇ ਤੇ ਨਿਰਭਰ ਨਹੀਂ ਕਰਦਾ ਸੀ, ਪਰ ਅੱਜ ਉਸਦੀ ਆਵਾਜ਼ 'ਚ ਘਬਰਾਹਟ ਸੀ। ਡਿਟੇਲਸ ਪੇਜ, ਮੈਂ ਦੇਖਦਾ ਹਾਂ। ਕੁਝ ਦੇਰ ਬਾਅਦ ਜਦੋਂ ਸੁਜਲ ਨੇ ਦਸਤਾਵੇਜ਼ ਦੇਖੇ ਤਾਂ ਉਸਨੂੰ ਸਮਝ ਆਇਆ ਕਿ ਮਾਮਲਾ ਕਾਫੀ ਉਲਝਿਆ ਹੋਇਆ ਸੀ। ਆਯੂਸ਼ ਦੀ ਕੰਪਨੀ ਨੇ ਇੱਕ ਡੀਲ ਕੀਤੀ ਸੀ, ਪਰ ਲੀਗਲ ਸਲਾਹ ਦੇ ਬਗੈਰ ਅੱਗੇ ਵਾਲੀ ਪਾਰਟੀ ਨੇ ਇੱਕ ਐਸੀ ਸ਼ਰਤ ਸ਼ਾਮਲ ਕਰ ਦਿੱਤੀ ਸੀ ਜਿਸ ਕਰਕੇ ਹੁਣ ਪੇਮੈਂਟ ਰੁਕੀ ਹੋਈ ਸੀ। ਜੇਕਰ ਇਹ ਕੇਸ ਠੀਕ ਤਰੀਕੇ ਨਾਲ ਹੈਂਡਲ ਨਾ ਕੀਤਾ ਜਾਂਦਾ ਤਾਂ ਆਯੂਸ਼ ਦੀ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ। ਪਰ ਸੁਜਲ ਦੇ ਮਨ 'ਚ ਇੱਕ ਹੋਰ ਵਿਚਾਰ ਆਇਆ ਕਿ ਉਹ ਇਸ ਕੇਸ ਨੂੰ ਇੱਕ ਸਮੱਸਿਆ ਵਜੋਂ ਦੇਖ ਰਿਹਾ ਹੈ ਜਾਂ ਫਿਰ ਇੱਕ ਨਵੇਂ ਮੌਕੇ ਵਜੋਂ, ਜਿੱਥੇ ਉਹ ਆਪਣੇ ਦੋਸਤ ਦੀ ਮਦਦ ਵੀ ਕਰ ਸਕਦਾ ਹੈ ਤੇ ਕੁਝ ਨਵਾਂ ਵੀ ਸਿੱਖ ਸਕਦਾ ਹੈ। ਉਸਨੇ ਇੱਕ ਡੂੰਘੀ ਸਾਹ ਲੈਣੀ ਅਤੇ ਆਪਣੇ ਮਨ ਨੂੰ ਆਤਮਕ ਸੋਚ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਉਸਨੇ ਸੋਚਿਆ, ਜੇਕਰ ਮੈਂ ਇਸ ਨੂੰ ਹੱਲ ਕਰਨ ਤੇ ਧਿਆਨ ਦੇਵਾਂ, ਨਾ ਕਿ ਇਸ ਦੀ ਜਟਿਲਤਾ ਤੇ, ਤਾਂ ਸ਼ਾਇਦ ਹੱਲ ਆਪਣੇ ਆਪ ਹੀ ਮਿਲ ਜਾਵੇ। ਮੀਟਿੰਗ ਦੇ ਦਿਨ ਸਾਹਮਣੇ ਵਾਲੀ ਪਾਰਟੀ ਨੇ ਆਪਣੇ ਚੋਟੀ ਦੇ ਵਕੀਲ ਬੁਲਾ ਲਏ। ਮਾਹੌਲ ਤਣਾਅ ਭਰਿਆ ਸੀ, ਪਰ ਹੁਣ ਸੁਜਲ ਨੂੰ ਲਾਅ ਆਫ ਅਟਰੈਕਸ਼ਨ ਤੇ ਪੂਰਾ ਭਰੋਸਾ ਸੀ। ਉਸਨੇ ਮੀਟਿੰਗ ਤੋਂ ਪਹਿਲਾਂ ਆਪਣੀ ਜਿੱਤ ਦੀ ਤਸਵੀਰ ਆਪਣੀ ਸੋਚ 'ਚ ਬਣਾ ਲਈ, ਕਿਵੇਂ ਉਹ ਭਰੋਸੇ ਨਾਲ ਆਪਣੀ ਗੱਲ ਰੱਖ ਰਿਹਾ ਹੈ, ਕਿਵੇਂ ਸਾਹਮਣੇ ਵਾਲੀ ਪਾਰਟੀ ਉਸ ਦੀ ਦਲੀਲ ਨੂੰ ਮੰਨਣ ਤੇ ਮਜਬੂਰ ਹੋ ਰਹੀ ਹੈ ਤੇ ਆਖਰ ਵਿੱਚ ਆਯੂਸ਼ ਦੀ ਕੰਪਨੀ ਜਿੱਤ ਰਹੀ ਹੈ। ਜਿਵੇਂ-ਜਿਵੇਂ ਮੀਟਿੰਗ ਸ਼ੁਰੂ ਹੋਈ, ਸੁਜਲ ਨੇ ਬਿਨਾਂ ਕਿਸੇ ਡਰ ਦੇ ਆਪਣੇ ਪੱਖ ਨੂੰ ਸਪਸ਼ਟ ਕੀਤਾ। ਉਸਨੇ ਲੀਗਲ ਨੁਕਤੇ ਵਾਜਬ ਢੰਗ ਨਾਲ ਵਿਖਾਏ ਅਤੇ ਇੱਕ ਐਸਾ ਲੂਪ ਹੋਲ ਦੱਸਿਆ
ਜਿਸ ਨਾਲ ਸਾਹਮਣੇ ਵਾਲੀ ਪਾਰਟੀ ਦਾ ਮਾਮਲਾ ਕਮਜ਼ੋਰ ਪੈ ਗਿਆ। ਪਹਿਲਾਂ ਉਹਦੇ ਵਕੀਲ ਬਹਿਸ ਕਰਦੇ ਰਹੇ, ਪਰ ਹੌਲੀ-ਹੌਲੀ ਉਹਨਾਂ ਦੀ ਟੋਨ ਬਦਲਣ ਲੱਗੀ। ਅਖੀਰਕਾਰ ਉਹਨਾਂ ਨੂੰ ਡੀਲ ਨੂੰ ਰਿਵਾਈਜ਼ ਕਰਨਾ ਪਿਆ ਅਤੇ ਆਯੁਸ਼ ਦੀ ਕੰਪਨੀ ਨੂੰ ਉਸਦੀ ਲੰਬੇ ਸਮੇਂ ਤੋਂ ਅਟਕੀ ਪੇਮੈਂਟ ਵਾਪਸ ਮਿਲ ਗਈ। ਮੀਟਿੰਗ ਖਤਮ ਹੋਣ ਤੋਂ ਬਾਅਦ ਆਯੁਸ਼ ਨੇ ਸੁਜਲ ਨੂੰ ਗੱਲੇ ਲਾ ਲਿਆ। ਭਾਈ, ਤੇਰਾ ਕੋਈ ਜਵਾਬ ਨਹੀਂ, ਤੂੰ ਸਾਨੂੰ ਡੁੱਬਣ ਤੋਂ ਬਚਾ ਲਿਆ, ਉਸਨੇ ਕਿਹਾ। ਸੁਜਲ ਹੱਸ ਪਿਆ, ਪਰ ਅੰਦਰੋਂ ਉਹ ਜਾਣਦਾ ਸੀ ਕਿ ਇਸ ਵਾਰ ਸਿਰਫ ਉਸਦੀ ਲੀਗਲ ਸਕਿੱਲ ਨਹੀਂ, ਬਲਕਿ ਉਸਦੀ ਆਤਮਕ ਸੋਚ ਨੇ ਵੀ ਇਹ ਕੇਸ ਜਿਤਾਇਆ ਸੀ। ਉਸਨੇ ਡਰਨ ਦੀ ਬਜਾਏ ਸੋਚਿਆ ਸੀ ਕਿ ਇਹ ਕੇਸ ਉਹ ਕਿਵੇਂ ਜਿੱਤ ਸਕਦਾ ਹੈ, ਅਤੇ ਨਤੀਜਾ ਉਸਦੇ ਸਾਹਮਣੇ ਸੀ। ਉਸ ਰਾਤ ਜਦ ਉਹ ਘਰ ਪਹੁੰਚਿਆ ਤਾਂ ਆਪਣੀ ਨੋਟਬੁੱਕ ਖੋਲੀ ਅਤੇ ਲਿਖਿਆ, ਸੋਚ ਦਾ ਅਸਰ ਹਕੀਕਤ ਤੇ ਹੁੰਦਾ ਹੈ। ਜਦੋਂ ਮੈਂ ਇਸ ਨੂੰ ਇੱਕ ਮੁਸ਼ਕਿਲ ਮਾਮਲਾ ਮੰਨਿਆ ਤਾਂ ਇਹ ਹੋਰ ਵੀ ਜਟਿਲ ਲੱਗਣ ਲੱਗਾ, ਪਰ ਜਦੋਂ ਮੈਂ ਸੋਚਿਆ ਕਿ ਇਹ ਹੱਲ ਹੋ ਸਕਦਾ ਹੈ ਤਾਂ ਹੱਲ ਆਪਣੇ ਆਪ ਆਉਣ ਲੱਗੇ। ਹੁਣ ਸੁਜਲ ਨੂੰ ਲਾਅ ਆਫ ਅਟਰੈਕਸ਼ਨ ਦੀ ਸ਼ਕਤੀ ਸਮਝ ਆ ਰਹੀ ਸੀ। ਇਹ ਸਿਰਫ ਇੱਕ ਸਿਧਾਂਤ ਨਹੀਂ, ਬਲਕਿ ਇੱਕ ਪ੍ਰੈਕਟੀਕਲ ਅਪਰੋਚ ਸੀ ਜੋ ਜ਼ਿੰਦਗੀ ਦੇ ਹਰ ਪੱਖ 'ਚ ਲਾਗੂ ਹੋ ਸਕਦੀ ਸੀ। ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਸਹੀ ਸੋਚ ਰੱਖਣ ਨਾਲ ਸਹੀ ਚੀਜ਼ਾਂ ਆਪਣੇ ਆਪ ਉਸ ਦੀ ਵੱਲ ਆਉਣਗੀਆਂ, ਅਤੇ ਹੁਣੋਂ ਤੋਂ ਉਹ ਇਹੀ ਮਾਈਂਡਸੈਟ ਅਪਣਾਉਣ ਵਾਲਾ ਸੀ। ਪਰ ਉਸ ਨੂੰ ਇਹ ਵੀ ਮਹਿਸੂਸ ਹੋਇਆ ਕਿ ਸਿਰਫ ਆਤਮਕ ਸੋਚ ਨਾਲ ਹੀ ਸਭ ਕੁਝ ਨਹੀਂ ਬਦਲ ਸਕਦਾ। ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਾਡੇ ਕੰਟਰੋਲ 'ਚ ਨਹੀਂ ਹੁੰਦੀਆਂ, ਪਰ ਉਹ ਸਾਡੇ ਜੀਵਨ ਤੇ ਪ੍ਰਭਾਵ ਪਾਉਂਦੀਆਂ ਹਨ। ਉਸਨੇ ਇੱਕ ਕਿਤਾਬ 'ਚ ਪੜ੍ਹਿਆ ਸੀ ਕਿ ਸਾਡਾ ਅਚੇਤਨ ਮਨ, ਸਬਕਾਂਸ਼ੀਅਸ ਮਾਈਂਡ, ਸਾਡੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਤ ਕਰਨ 'ਚ ਵੱਡਾ ਭੂਮਿਕਾ ਨਿਭਾਉਂਦਾ ਹੈ। ਇਹ ਉਹਨਾਂ ਵਿਚਾਰਾਂ, ਭਾਵਨਾਵਾਂ ਅਤੇ ਵਿਸ਼ਵਾਸਾਂ ਨੂੰ ਸੰਭਾਲਦਾ ਹੈ ਜੋ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ। ਜੇਕਰ ਅਸੀਂ ਇਸ ਨੂੰ ਸਹੀ ਇਨਪੁਟ ਦਈਏ ਤਾਂ ਇਹ ਸਾਡੀ ਮਦਦ ਕਰ ਸਕਦਾ ਹੈ, ਪਰ ਜੇਕਰ ਅਸੀਂ ਇਸ 'ਚ ਡਰ, ਸ਼ੱਕ ਅਤੇ ਨੈਗੇਟਿਵ ਸੋਚ ਭਰਦੇ ਰਹੀਏ ਤਾਂ ਇਹ ਸਾਡੀ ਸਭ ਤੋਂ ਵੱਡੀ ਰੁਕਾਵਟ ਵੀ ਬਣ ਸਕਦਾ ਹੈ। ਇੱਕ ਦਿਨ ਜਦ ਸੁਜਲ ਆਪਣੇ ਦਫ਼ਤਰ 'ਚ ਬੈਠਾ ਸੀ ਤਾਂ ਉਸਨੂੰ ਇੱਕ ਬਹੁਤ ਵੱਡਾ ਕੇਸ ਮਿਲਿਆ। ਇਹ ਕੇਸ ਇੱਕ ਕਾਰੋਬਾਰੀ ਬਿਜ਼ਨੈਸਮੈਨ ਦਾ ਸੀ ਜਿਸ ਤੇ ਵਿੱਤੀ ਧੋਖਾਧੜੀ, ਫਾਈਨੈਂਸ਼ੀਅਲ ਫਰਾਡ ਦਾ ਦੋਸ਼ ਲੱਗਾ ਸੀ। ਇਹ ਕੇਸ ਕਾਫੀ ਉੱਚ ਪੱਧਰੀ ਸੀ ਅਤੇ ਮੀਡੀਆ ਵੀ ਇਸ ਨੂੰ ਕਵਰ ਕਰ ਰਹੀ ਸੀ। ਜਦ ਸੁਜਲ ਨੇ ਫਾਈਲ ਪੜ੍ਹਨੀ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਉਹ ਵਿਸ਼ਲੇਸ਼ਣ, ਐਨਾਲਿਸਿਸ 'ਚ ਘੁੰਮਦਾ ਗਿਆ, ਪਰ ਜਿਵੇਂ-ਜਿਵੇਂ ਉਹ ਡਿਟੇਲਸ ਵਿੱਚ ਗਿਆ ਤਿਵੇਂ-ਤਿਵੇਂ ਉਸਦੇ ਦਿਮਾਗ 'ਚ ਡਰ ਵਸਣ ਲੱਗਾ ਕਿ ਮੈਂ ਇਹ ਕੇਸ ਸੰਭਾਲ ਸਕਾਂਗਾ। ਉਸਨੇ ਆਪਣੇ ਆਪ ਨੂੰ ਪੁੱਛਿਆ, ਜੇਕਰ ਮੈਂ ਹਾਰ ਗਿਆ ਤਾਂ ਮੇਰੀ ਇਮੇਜ ਖਰਾਬ ਹੋ ਸਕਦੀ ਹੈ। ਉਸਦੀ ਲਾਅ ਫਰਮ ਨੂੰ ਨੁਕਸਾਨ ਹੋ ਸਕਦਾ ਸੀ, ਉਸਦੇ ਕਰੀਅਰ ਤੇ ਸਵਾਲ ਉੱਠ ਸਕਦੇ ਸਨ। ਉਸ ਰਾਤ ਜਦ ਉਹ ਘਰ ਪਹੁੰਚਿਆ ਤਾਂ ਉਸਦੇ ਦਿਮਾਗ ਵਿੱਚ ਉਹੀ ਡਰ ਘੁੰਮ ਰਿਹਾ ਸੀ। ਉਹਨਾਂ ਵਿਚਾਰਾਂ ਨੇ ਉਸਨੂੰ ਜ਼ਰਾ ਵੀ ਸੌਣ ਨਹੀਂ ਦਿੱਤਾ। ਉਸਦਾ ਅਚੇਤਨ ਮਨ, ਸਬਕਾਂਸ਼ੀਅਸ ਮਾਈਂਡ, ਬਾਰ-ਬਾਰ ਇਹੀ ਦੁਹਰਾ ਰਿਹਾ ਸੀ ਕਿ ਇਹ ਕੇਸ ਬਹੁਤ ਮੁਸ਼ਕਿਲ ਹੈ, ਉਹ ਹਾਰ ਸਕਦਾ ਹੈ, ਅਤੇ ਜੇਕਰ ਅਜਿਹਾ ਹੋਇਆ ਤਾਂ ਉਸਦਾ ਕਰੀਅਰ ਖਤਰੇ 'ਚ ਪੈ ਸਕਦਾ ਹੈ। ਪਰ ਉਸੇ ਸਮੇਂ ਉਸਨੂੰ ਕਿਤਾਬ 'ਚ ਪੜ੍ਹੀ ਇੱਕ ਲਾਈਨ ਯਾਦ ਆਈ, ਤੁਹਾਡਾ ਅਚੇਤਨ ਮਨ ਉਹੀ ਮੰਨਦਾ ਹੈ ਜੋ ਤੁਸੀਂ ਉਸਨੂੰ ਵਾਰ-ਵਾਰ ਦੱਸਦੇ ਹੋ। ਜੇਕਰ ਤੁਸੀਂ ਉਸਨੂੰ ਡਰ ਦਿੰਦੇ ਹੋ ਤਾਂ ਇਹ ਤੁਹਾਨੂੰ ਹੋਰ ਡਰਨ ਦੇ ਕਾਰਨ ਲੱਭ ਕੇ ਦੇਵੇਗਾ, ਪਰ ਜੇਕਰ ਤੁਸੀਂ ਉਸਨੂੰ ਭਰੋਸਾ ਦਿੰਦੇ ਹੋ ਤਾਂ ਇਹ ਤੁਹਾਡੀ ਸਫਲਤਾ ਦੇ ਰਾਹ ਖੋਲੇਗਾ। ਇਹ ਸੋਚਦੇ ਹੀ ਸੁਜਲ ਨੇ ਆਪਣੀ ਨੋਟਬੁੱਕ ਖੋਲੀ ਅਤੇ ਇੱਕ ਨਵਾਂ ਤਰੀਕਾ ਅਪਣਾਉਣ ਦੀ ਸੋਚੀ। ਉਸਨੇ ਲਿਖਣਾ ਸ਼ੁਰੂ ਕੀਤਾ, ਮੈਂ ਇਹ ਕੇਸ ਜਿੱਤ ਸਕਦਾ ਹਾਂ, ਮੇਰੇ ਕੋਲ ਲੋੜੀਂਦੀ ਹੁਨਰਤਾ ਹੈ, ਮੇਰਾ ਅਨੁਭਵ ਮੈਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮੈਂ ਆਪਣੇ ਕਲਾਇੰਟ ਦੀ ਸਹਾਇਤਾ ਕਰ ਸਕਦਾ ਹਾਂ। ਉਸਨੇ ਇਹ ਲਾਈਨ ਕਈ ਵਾਰ ਲਿਖੀ ਤਾਂ ਜੋ ਉਸਦਾ ਅਚੇਤਨ ਮਨ ਵੀ ਇਸ ਨੂੰ ਸਵੀਕਾਰ ਕਰੇ। ਫਿਰ ਉਸਨੇ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਅਦਾਲਤ 'ਚ ਇਮੇਜਿਨ ਕੀਤਾ, ਜਿੱਥੇ ਉਹ ਪੂਰੇ ਭਰੋਸੇ ਨਾਲ ਆਪਣੇ ਤਰਕ ਰੱਖ ਰਿਹਾ ਸੀ। ਜੱਜ ਉਸਦੀ ਗੱਲਾਂ ਨਾਲ ਸਹਿਮਤ ਹੋ ਰਹੇ ਸਨ ਅਤੇ ਆਖਰ 'ਚ ਫੈਸਲਾ ਉਸਦੇ ਹੱਕ 'ਚ ਆ ਰਿਹਾ ਸੀ। ਅਗਲੇ ਦਿਨ ਜਦ ਉਹ ਦਫ਼ਤਰ ਪਹੁੰਚਿਆ ਤਾਂ ਉਸਨੂੰ ਅੰਦਰੋਂ ਇੱਕ ਅਜਿਹਾ ਆਤਮ ਵਿਸ਼ਵਾਸ ਮਹਿਸੂਸ ਹੋਇਆ ਜੋ ਪਹਿਲਾਂ ਨਹੀਂ ਸੀ। ਡਰ ਹੁਣ ਵੀ ਸੀ, ਪਰ ਹੁਣ ਉਹ ਉਸ ਤੇ ਹਾਵੀ ਨਹੀਂ ਸੀ। ਉਸਨੇ ਕੇਸ ਦੀ ਤਿਆਰੀ ਸ਼ੁਰੂ ਕਰ ਦਿੱਤੀ, ਪਰ ਇਸ ਵਾਰ ਜਦ ਵੀ ਕੋਈ ਨੈਗੇਟਿਵ ਵਿਚਾਰ ਆਉਂਦਾ ਉਹ ਉਸਨੂੰ ਤੁਰੰਤ ਬਦਲ ਦਿੰਦਾ। ਇਹ ਕੇਸ ਮੁਸ਼ਕਿਲ ਨਹੀਂ, ਇਹ ਇੱਕ ਨਵਾਂ ਚੈਲੰਜ ਹੈ ਅਤੇ ਮੈਂ ਇਸ ਨੂੰ ਜਿੱਤ ਸਕਦਾ ਹਾਂ। ਹੌਲੀ-ਹੌਲੀ ਉਸਨੇ ਮਹਿਸੂਸ ਕੀਤਾ ਕਿ ਉਸਦੀ ਸੋਚ ਬਦਲ ਰਹੀ ਸੀ। ਜੋ ਪੁਆਇੰਟ ਪਹਿਲਾਂ ਉਸਨੂੰ ਕਮਜ਼ੋਰ ਲੱਗ ਰਹੇ ਸਨ, ਹੁਣ ਉਹ ਦੇਖ ਸਕਦਾ ਸੀ ਕਿ ਉਹਨਾਂ ਨੂੰ ਆਪਣੇ ਪੱਖ 'ਚ ਕਿਵੇਂ ਮੋੜ ਸਕਦਾ ਹੈ। ਫਿਰ ਆਇਆ ਕੋਰਟ ਦੀ ਪਹਿਲੀ ਸੁਣਵਾਈ ਦਾ ਦਿਨ। ਸਾਹਮਣੇ ਵਾਲੀ ਪਾਰਟੀ ਨੇ ਇੱਕ ਬਹੁਤ ਹੀ ਮਸ਼ਹੂਰ ਵਕੀਲ ਨੂੰ ਹਾਇਰ ਕੀਤਾ ਸੀ। ਉਹ ਪੂਰੇ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਜਦ ਉਸਨੇ ਸੁਜਲ ਵੱਲ ਦੇਖਿਆ ਤਾਂ ਹੌਲੀ-ਹੌਲੀ ਮੁਸਕਰਾਇਆ, ਜਿਵੇਂ ਕਿ ਕਹਿ ਰਿਹਾ ਹੋਵੇ, ਤੈਨੂੰ ਕੋਈ ਮੌਕਾ ਨਹੀਂ। ਪਹਿਲਾਂ ਤਾਂ ਸੁਜਲ ਦੇ ਮਨ 'ਚ ਫਿਰ ਥੋੜਾ ਡਰ ਆ ਗਿਆ, ਪਰ ਉਸਨੇ ਤੁਰੰਤ ਆਪਣੇ ਆਪ ਨੂੰ ਸੰਭਾਲਿਆ ਅਤੇ ਆਖਿਆ, ਮੇਰਾ ਡਰ ਸਿਰਫ ਮੇਰੀ ਸੋਚ ਦਾ ਨਤੀਜਾ ਹੈ। ਜੇਕਰ ਮੈਂ ਆਪਣੇ ਦਿਮਾਗ ਨੂੰ ਸਹੀ ਸਿਗਨਲ ਦਿੰਦਾ ਰਹਾ ਤਾਂ ਇਹ ਮੇਰਾ ਸਭ ਤੋਂ ਵੱਡਾ ਹਥਿਆਰ ਬਣ ਸਕਦਾ ਹੈ। ਹੁਣ ਉਹ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਸੀ। ਸੁਣਵਾਈ ਸ਼ੁਰੂ ਹੋਈ।
ਸਾਹਮਣੇ ਵਾਲੀ ਪਾਰਟੀ ਨੇ ਆਪਣੇ ਤਰਕ ਪੇਸ਼ ਕਰਨੇ ਸ਼ੁਰੂ ਕੀਤੇ। ਉਹ ਪੂਰੀ ਕੋਸ਼ਿਸ਼ ਕਰ ਰਹੇ ਸਨ ਕਿ ਸੁਜਲ ਦੇ ਕਲਾਇੰਟ ਨੂੰ ਦੋਸ਼ੀ ਸਾਬਤ ਕਰ ਦਿੱਤਾ ਜਾਵੇ, ਪਰ ਜਦੋਂ ਸੁਜਲ ਦੀ ਵਾਰੀ ਆਈ ਤਾਂ ਉਸਨੇ ਆਪਣੇ ਅੰਦਰ ਦੀ ਹਰ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਪੂਰੇ ਭਰੋਸੇ ਨਾਲ ਆਪਣੇ ਦਲੀਲਾਂ ਪੇਸ਼ ਕੀਤੀਆਂ। ਉਸਨੇ ਉਹ ਦਸਤਾਵੇਜ਼ ਅਤੇ ਸਬੂਤ ਹਾਈਲਾਈਟ ਕੀਤੇ ਜੋ ਸਾਹਮਣੇ ਵਾਲੀ ਪਾਰਟੀ ਨੇ ਗਲਤੀ ਨਾਲ ਨਜ਼ਰਅੰਦਾਜ਼ ਕਰ ਦਿੱਤੇ ਸਨ। ਹੌਲੀ-ਹੌਲੀ ਕੇਸ ਦੀ ਦਿਸ਼ਾ ਬਦਲਣ ਲੱਗੀ। ਹੁਣ ਜੱਜ ਉਸ ਦੀ ਗੱਲ ਵੱਲ ਧਿਆਨ ਦੇ ਰਹੇ ਸਨ ਤੇ ਸਾਹਮਣੇ ਵਾਲੀ ਪਾਰਟੀ ਡਿਫੈਂਸਿਵ ਮੋਡ 'ਚ ਆ ਗਈ। ਜਦ ਉਹ ਕੋਰਟ ਤੋਂ ਬਾਹਰ ਨਿਕਲਿਆ ਤਾਂ ਆਯੁਸ਼ ਦਾ ਫੋਨ ਆਇਆ। "ਭਰਾ, ਤੂੰ ਅੱਜ ਕਮਾਲ ਕਰ ਦਿੱਤਾ," ਉਹ ਉਤਸ਼ਾਹ ਨਾਲ ਬੋਲਿਆ। "ਤੂੰ ਉਹ ਪੁਆਇੰਟ ਕਿਵੇਂ ਲੱਭ ਲਿਆ?" ਇਹ ਤਾਂ ਸਾਹਮਣੇ ਵਾਲੀ ਟੀਮ ਨੇ ਵੀ ਨਹੀਂ ਸੋਚਿਆ ਸੀ। ਸੁਜਲ ਹੱਸ ਪਿਆ, ਪਰ ਉਸਨੂੰ ਪਤਾ ਸੀ ਕਿ ਇਹ ਸਭ ਉਸਦੇ ਅਚੇਤਨ ਮਨ ਦੀ ਤਾਕਤ ਕਰਕੇ ਹੋਇਆ ਸੀ। ਜਦੋਂ ਉਸਨੇ ਡਰ ਦੀ ਬਜਾਏ ਵਿਸ਼ਵਾਸ ਨੂੰ ਗੱਲ ਲਗਾਇਆ ਤਾਂ ਉਸਦਾ ਦਿਮਾਗ ਆਪਣੇ ਆਪ ਉਹ ਰਾਹ ਲੱਭਣ ਲੱਗਾ ਜੋ ਉਸਨੂੰ ਜਿੱਤ ਦਿਵਾ ਸਕਦੇ ਸਨ। ਉਸਨੇ ਆਪਣੇ ਆਪ ਨੂੰ ਇਹ ਸਿਖਾਇਆ ਕਿ ਮੁਸ਼ਕਿਲਾਂ ਨਹੀਂ, ਮੌਕਿਆਂ ਨੂੰ ਦੇਖੋ, ਡਰਨ ਦੀ ਬਜਾਏ ਹੱਲ ਖੋਜੋ। ਕੁਝ ਹਫ਼ਤਿਆਂ ਬਾਅਦ ਜਦੋਂ ਕੋਰਟ ਦਾ ਆਖਰੀ ਫੈਸਲਾ ਆਇਆ ਤਾਂ ਉਹ ਕੇਸ ਜਿੱਤ ਚੁੱਕਾ ਸੀ। ਮੀਡੀਆ 'ਚ ਉਸਦੀ ਚਰਚਾ ਹੋ ਰਹੀ ਸੀ ਤੇ ਉਸਦੀ ਲਾ ਫਰਮ ਦਾ ਨਾਮ ਹੋਰ ਉੱਚਾ ਹੋ ਗਿਆ ਸੀ। ਪਰ ਸੁਜਲ ਨੂੰ ਪਤਾ ਸੀ ਕਿ ਇਹ ਜਿੱਤ ਕੋਰਟ 'ਚ ਨਹੀਂ, ਸਗੋਂ ਉਸਦੇ ਆਪਣੇ ਦਿਮਾਗ ਵਿੱਚ ਹੋਈ ਸੀ। ਹੁਣ ਉਸਨੇ ਠਾਣ ਲਿਆ ਸੀ ਕਿ ਉਹ ਹਮੇਸ਼ਾ ਆਪਣੇ ਅਚੇਤਨ ਮਨ ਨੂੰ ਸਹੀ ਇਨਪੁਟ ਦੇਵੇਗਾ ਤਾਂ ਜੋ ਉਸਦੀ ਸੋਚ ਹੀ ਉਸਦੀ ਸਭ ਤੋਂ ਵੱਡੀ ਤਾਕਤ ਬਣੇ। ਪਰ ਸੋਚ ਤੋਂ ਵੀ ਵਧੇਰੇ ਜ਼ਰੂਰੀ ਸੀ ਇੱਕ ਜਲਦੀ ਹੋਈ ਆਗ, ਉਹ ਦਿਲੀ ਚਾਹਤ ਜੋ ਕਿਸੇ ਵੀ ਇਨਸਾਨ ਨੂੰ ਉਸਦੀ ਮੰਜ਼ਿਲ ਤੱਕ ਪਹੁੰਚਾ ਸਕਦੀ ਹੈ। ਹੁਣ ਉਸਨੂੰ ਮਹਿਸੂਸ ਹੋਇਆ ਕਿ ਜਦ ਤੱਕ ਉਸਦੇ ਅੰਦਰ ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਤ੍ਰਿਸ਼ਨਾ ਨਹੀਂ ਹੋਵੇਗੀ, ਉਹ ਇੱਕ ਆਮ ਵਕੀਲ ਬਣ ਕੇ ਰਹਿ ਜਾਵੇਗਾ। ਪਰ ਉਸਨੂੰ ਆਪਣੇ ਕਰੀਅਰ 'ਚ ਕੁਝ ਵੱਡਾ ਕਰਨਾ ਸੀ, ਆਪਣੇ ਆਪ ਨੂੰ ਉਸ ਮਕਾਮ ਤੱਕ ਪਹੁੰਚਾਉਣਾ ਸੀ ਜਿੱਥੇ ਉਸਦਾ ਨਾਮ ਕੇਵਲ ਉਸਦੀ ਲਾ ਫਰਮ ਤੱਕ ਸੀਮਤ ਨਾ ਰਹੇ, ਸਗੋਂ ਪੂਰੇ ਦੇਸ਼ 'ਚ ਗੂੰਜੇ। ਪਰ ਇੰਨਾ ਆਸਾਨ ਨਹੀਂ ਸੀ। ਕਾਨੂੰਨੀ ਦੁਨੀਆ 'ਚ ਸਿਖਰ ਤੇ ਪਹੁੰਚਣ ਲਈ ਸਿਰਫ ਹੁਨਰ ਤੇ ਮਿਹਨਤ ਨਹੀਂ, ਸਗੋਂ ਜਨੂਨ ਵੀ ਚਾਹੀਦਾ ਸੀ। ਅਤੇ ਇਹੀ ਜਨੂਨ ਉਸਨੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮਹਿਸੂਸ ਕੀਤਾ ਜਦ ਉਸਨੂੰ ਇੱਕ ਨਵਾਂ ਕੇਸ ਮਿਲਿਆ। ਇਹ ਕੇਸ ਇੱਕ ਗਰੀਬ ਮਜ਼ਦੂਰ ਦੇ ਬੇਟੇ ਦਾ ਸੀ ਜੋ ਇੱਕ ਵੱਡੀ ਕੰਪਨੀ ਦੇ ਵਿਰੁੱਧ ਕੇਸ ਲੜ ਰਿਹਾ ਸੀ। ਉਸ ਲੜਕੇ ਦਾ ਨਾਮ ਆਰੀਅਨ ਸੀ ਅਤੇ ਉਸਦੀ ਮਾਂ ਫੈਕਟਰੀ 'ਚ ਕੰਮ ਕਰਦੀ ਸੀ। ਇੱਕ ਹਾਦਸੇ ਦੌਰਾਨ ਉਸਦੀ ਮਾਂ ਗੰਭੀਰ ਢੰਗ ਨਾਲ ਘਾਇਲ ਹੋ ਗਈ, ਪਰ ਕੰਪਨੀ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਕੇਸ ਬਹੁਤ ਹੀ ਮੁਸ਼ਕਲ ਸੀ ਕਿਉਂਕਿ ਸਾਹਮਣੇ ਵੱਡੀ ਕੰਪਨੀ ਦੇ ਦਿੱਗਈ ਵਕੀਲ ਖੜੇ ਸਨ ਅਤੇ ਇਹ ਲਗਭਗ ਨਾਮੁਮਕਿਨ ਸੀ ਕਿ ਕੋਈ ਇਸ ਕੰਪਨੀ ਦੇ ਵਿਰੁੱਧ ਕੇਸ ਜਿੱਤ ਸਕੇ। ਸੁਜਲ ਨੇ ਪਹਿਲਾਂ ਸੋਚਿਆ ਕਿ ਇਹ ਕੇਸ ਲੈਣਾ ਉਸਦੀ ਸ਼ਖਸੀਅਤ ਲਈ ਰਿਸਕੀ ਹੋ ਸਕਦਾ ਹੈ। ਜੇਕਰ ਉਹ ਹਾਰ ਗਿਆ ਤਾਂ ਉਸਦਾ ਨਾਮ ਖਰਾਬ ਹੋ ਸਕਦਾ ਹੈ। ਪਰ ਫਿਰ ਉਸਨੇ ਆਪਣੇ ਆਪ ਨੂੰ ਪੁੱਛਿਆ, ਮੈਂ ਵਕੀਲ ਕਿਉਂ ਬਣਿਆ ਸੀ? ਕੀ ਸਿਰਫ ਨਾਮ ਅਤੇ ਪੈਸੇ ਲਈ, ਜਾਂ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਜੋ ਸਿਸਟਮ ਦੇ ਵਿਰੁੱਧ ਇਕੱਲੇ ਖੜੇ ਹਨ? ਅਤੇ ਉਸੇ ਵੇਲੇ ਕੁਝ ਬਦਲ ਗਿਆ। ਉਸਨੂੰ ਅਹਿਸਾਸ ਹੋਇਆ ਕਿ ਜੇਕਰ ਉਸਨੇ ਵਾਸਤਵ ਵਿੱਚ ਕੁਝ ਵੱਡਾ ਕਰਨਾ ਹੈ ਤਾਂ ਉਸਨੂੰ ਸਿਰਫ ਸੁਰੱਖਿਅਤ ਖੇਡਣਾ ਬੰਦ ਕਰਨਾ ਪਵੇਗਾ। ਉਸਨੂੰ ਉਹ ਅੱਗ ਆਪਣੇ ਅੰਦਰ ਜਲਾਣੀ ਪਵੇਗੀ ਜੋ ਉਸਨੂੰ ਹਰ ਮੁਸ਼ਕਲ ਨਾਲ ਲੜਨ ਦਾ ਹੌਸਲਾ ਦੇਵੇ। ਉਸਨੇ ਕੇਸ ਲੈਣ ਦਾ ਫੈਸਲਾ ਕਰ ਲਿਆ। ਜਦ ਉਸਦੀ ਆਰੀਅਨ ਨਾਲ ਮੁਲਾਕਾਤ ਹੋਈ ਤਾਂ ਉਸਨੂੰ ਉਸ ਲੜਕੇ ਦੀਆਂ ਅੱਖਾਂ 'ਚ ਉਹੀ ਜਲਨ ਦਿਖੀ ਜੋ ਹੁਣ ਉਹ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ। ਉਹ ਸਿਰਫ ਆਪਣੀ ਮਾਂ ਲਈ ਇਨਸਾਫ ਚਾਹੁੰਦਾ ਸੀ। ਇਹ ਕੇਸ ਉਸ ਲਈ ਕੋਈ ਕਾਨੂੰਨੀ ਲੜਾਈ ਨਹੀਂ ਸੀ, ਸਗੋਂ ਉਸਦੀ ਪੂਰੀ ਜ਼ਿੰਦਗੀ ਇਸ ਨਾਲ ਜੁੜੀ ਹੋਈ ਸੀ। ਸੁਜਲ ਨੇ ਠਾਣ ਲਿਆ ਕਿ ਇਹ ਕੇਸ ਜਿੱਤਣਾ ਹੈ, ਚਾਹੇ ਉਸ ਲਈ ਕੁਝ ਵੀ ਕਰਨਾ ਪਏ। ਪਹਿਲੀ ਸੁਣਵਾਈ 'ਚ ਹੀ ਸਾਹਮਣੇ ਵਾਲੀ ਪਾਰਟੀ ਨੇ ਆਪਣਾ ਰੁਆਬ ਦਿਖਾ ਦਿੱਤਾ। ਉਹਨਾਂ ਦੀ ਵਕੀਲਾਂ ਦੀ ਟੀਮ ਨੇ ਇੱਕ ਨੁਕਤੇ ਤੇ ਸੁਜਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੁਰਾਣੇ ਕਾਨੂੰਨਾਂ ਅਤੇ ਕਾਰਪੋਰੇਟ ਨਿਯਮਾਂ ਦਾ ਹਵਾਲਾ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੰਪਨੀ ਤੇ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਬਣਦੀ। ਪਰ ਸੁਜਲ ਨੇ ਹਾਰ ਮੰਨਣ ਦੀ ਬਜਾਏ ਆਪਣੀ ਤਿਆਰੀ ਹੋਰ ਤਿਵਰ ਕਰ ਦਿੱਤੀ। ਉਹ ਹਰ ਰੋਜ਼ ਘੰਟਿਆਂ ਤੱਕ ਪੁਰਾਣੀਆਂ ਕੇਸ ਅਧਿਐਨ ਕਰਦਾ, ਵਿਸ਼ੇਸ਼ ਗਿਆਨ ਨਾਲ ਗੱਲ ਕਰਦਾ ਅਤੇ ਇੱਥੋਂ ਤੱਕ ਕਿ ਖੁਦ ਫੈਕਟਰੀ 'ਚ ਜਾ ਕੇ ਜਾਂਚ ਕਰਦਾ। ਉਹ ਰਾਤਾਂ ਨੂੰ ਨਹੀਂ ਸੌਂਦਾ ਸੀ, ਸਿਰਫ ਹਰ ਰੋਜ਼ ਆਪਣੇ ਆਪ ਨੂੰ ਇਹ ਯਾਦ ਦਿਲਾਉਂਦਾ ਕਿ ਉਹ ਇਹ ਕੇਸ ਜਿੱਤਣਾ ਹੀ ਹੈ। ਹੌਲੀ-ਹੌਲੀ ਉਸਦੀ ਮਿਹਨਤ ਰੰਗ ਲਿਆਉਣ ਲੱਗੀ। ਕੋਰਟ 'ਚ ਉਸਨੇ ਇੱਕ ਤੋਂ ਬਾਅਦ ਇੱਕ ਅਜਿਹੇ ਤਕੜੇ ਨੁਕਤੇ ਪੇਸ਼ ਕੀਤੇ ਜੋ ਸਾਹਮਣੇ ਵਾਲੀ ਪਾਰਟੀ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦੇ ਸਨ, ਜਿਨ੍ਹਾਂ ਦੇ ਜਵਾਬ ਸਾਹਮਣੇ ਵਾਲੀ ਪਾਰਟੀ ਕੋਲ ਨਹੀਂ ਸਨ। ਉਸਨੇ ਉਹਨਾਂ ਕਾਨੂੰਨੀ ਗੜਬੜੀਆਂ ਨੂੰ ਉਜਾਗਰ ਕੀਤਾ ਜੋ ਸਾਲਾਂ ਤੋਂ ਅਣਡਿੱਠੀਆਂ ਕੀਤੀਆਂ ਜਾ ਰਹੀਆਂ ਸਨ। ਜਦੋਂ ਸੁਣਵਾਈ ਆਪਣੇ ਆਖਰੀ ਪੜਾਅ 'ਚ ਸੀ, ਉਦੋਂ ਵੀ ਕੰਪਨੀ ਨੇ ਉਹਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਰੀਅਨ ਅਤੇ ਉਸਦੀ ਮਾਂ ਨੂੰ ਪੈਸੇ ਦੇ ਕੇ ਮਾਮਲਾ ਰਫਾ-ਦਫਾ ਕਰਨ ਦੀ ਪੇਸ਼ਕਸ਼ ਕੀਤੀ, ਪਰ ਹੁਣ ਤੱਕ ਸੁਜਲ ਦਾ ਜਜ਼ਬਾ ਆਰੀਅਨ ਦੇ ਅੰਦਰ ਵੀ ਆ ਚੁੱਕਾ ਸੀ। ਉਸਨੇ ਆਫਰ ਠੁਕਰਾ ਦਿੱਤੀ ਅਤੇ ਕਿਹਾ, ਸਾਨੂੰ ਪੈਸਾ ਨਹੀਂ, ਇਨਸਾਫ ਚਾਹੀਦਾ ਹੈ। ਆਖਰੀ ਦਿਨ ਕੋਰਟ 'ਚ ਸੁਜਲ ਨੇ ਆਪਣੀ ਫਾਈਨਲ ਦਲੀਲ ਪੇਸ਼ ਕੀਤੀ। ਉਸਨੇ ਸਿਰਫ ਕਾਨੂੰਨੀ ਨੁਕਤਿਆਂ ਤੋਂ ਨਹੀਂ, ਸਗੋਂ ਦਿਲੋਂ ਗੱਲ ਕੀਤੀ। ਉਸਨੇ ਜੱਜ ਸਾਹਿਬ ਨੂੰ ਕਿਹਾ
ਕਿ ਇਹ ਸਿਰਫ ਇੱਕ ਕੇਸ ਨਹੀਂ, ਇਹ ਉਹਨਾਂ ਹਜ਼ਾਰਾਂ ਮਜ਼ਦੂਰਾਂ ਦੀ ਲੜਾਈ ਹੈ ਜੋ ਸਿਸਟਮ ਦੀ ਬੇਇਨਸਾਫੀ ਦੇ ਸ਼ਿਕਾਰ ਹੋ ਰਹੇ ਹਨ। ਅਤੇ ਜੇਕਰ ਅੱਜ ਇਹ ਕੇਸ ਹਾਰ ਗਿਆ ਤਾਂ ਇਹ ਸਿਰਫ ਇੱਕ ਹਾਰ ਨਹੀਂ ਹੋਵੇਗੀ, ਸਗੋਂ ਉਹਨਾਂ ਸਾਰੇ ਲੋਕਾਂ ਦੀ ਉਮੀਦ ਵੀ ਟੁੱਟ ਜਾਵੇਗੀ ਜੋ ਇਨਸਾਫ ਦੀ ਆਸ ਲਾਏ ਬੈਠੇ ਹਨ। ਕੁਝ ਮਿੰਟਾਂ ਦੀ ਚੁੱਪੀ ਰਹੀ। ਫਿਰ ਜੱਜ ਨੇ ਫੈਸਲਾ ਸੁਣਾਇਆ। ਕੰਪਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਆਰੀਅਨ ਦੀ ਮਾਂ ਨੂੰ ਪੂਰਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ। ਜਿਵੇਂ ਹੀ ਫੈਸਲਾ ਆਇਆ, ਕੋਰਟ 'ਚ ਹਲਚਲ ਮਚ ਗਈ। ਮੀਡੀਆ ਨੇ ਇਸ ਕੇਸ ਨੂੰ ਹਾਈਲਾਈਟ ਕੀਤਾ ਅਤੇ ਸੁਜਲ ਦਾ ਨਾਮ ਹਰ ਜਗ੍ਹਾ ਗੂੰਜਣ ਲੱਗਾ। ਪਰ ਸਭ ਤੋਂ ਵੱਡਾ ਇਨਾਮ ਉਹ ਵੱਖਰਾ ਸੀ ਜਦੋਂ ਆਰੀਅਨ ਦੀ ਮਾਂ ਰੋਦੇ ਹੋਏ ਉਸਦੇ ਕੋਲ ਆਈ ਅਤੇ ਸਿਰਫ ਇਹ ਕਿਹਾ, ਭਗਵਾਨ ਤੇਰਾ ਭਲਾ ਕਰੇ ਬੇਟਾ। ਉਸ ਰਾਤ ਜਦੋਂ ਸੁਜਲ ਆਪਣੇ ਦਫ਼ਤਰ ਵਿੱਚ ਇਕੱਲਾ ਬੈਠਾ ਸੀ, ਉਸਨੇ ਮਹਿਸੂਸ ਕੀਤਾ ਕਿ ਇਹ ਜਿੱਤ ਸਿਰਫ ਇੱਕ ਕੇਸ ਦੀ ਨਹੀਂ ਸੀ, ਇਹ ਉਸਦੀ ਖੁਦ ਦੀ ਜਿੱਤ ਸੀ, ਉਸਦੀ ਇੱਛਾ ਸ਼ਕਤੀ, ਉਸਦੇ ਜਜ਼ਬੇ ਅਤੇ ਉਸਦੀ ਬਰਨਿੰਗ ਡਿਜ਼ਾਇਰ ਦੀ। ਹੁਣ ਉਸਨੇ ਠਾਣ ਲਿਆ ਸੀ ਕਿ ਉਹ ਕਦੇ ਵੀ ਆਪਣੇ ਜੀਵਨ 'ਚ ਇਸ ਅੱਗ ਨੂੰ ਬੁਝਣ ਨਹੀਂ ਦੇਵੇਗਾ, ਕਿਉਂਕਿ ਇਹੀ ਉਹ ਚੀਜ਼ ਸੀ ਜਿਸਨੇ ਉਸਨੂੰ ਇੱਕ ਆਮ ਵਕੀਲ ਤੋਂ ਇੱਕ ਅਸਲ ਫਾਈਟਰ ਬਣਾ ਦਿੱਤਾ ਸੀ। ਹੁਣ ਤੱਕ ਸੁਜਲ ਨੂੰ ਇਹ ਸਮਝ ਆ ਚੁੱਕੀ ਸੀ ਕਿ ਕਾਮਯਾਬੀ ਸਿਰਫ ਕਾਬਲੀਅਤ ਜਾਂ ਟੈਲੈਂਟ ਨਾਲ ਨਹੀਂ ਮਿਲਦੀ, ਅਸਲ ਫਰਕ ਪਾਉਂਦੀ ਹੈ ਪਰਸਿਸਟੈਂਸ, ਹਰ ਹਾਲਤ ਵਿੱਚ ਡਟੇ ਰਹਿਣ ਦੀ ਸਮਰੱਥਾ। ਉਹ ਦੇਖ ਚੁੱਕਾ ਸੀ ਕਿ ਕਿੰਨੇ ਹੀ ਹੋਣਹਾਰ ਵਕੀਲ ਆਪਣੀਆਂ ਸ਼ੁਰੂਆਤੀ ਅਸਫਲਤਾਵਾਂ ਦੇ ਬਾਅਦ ਹਾਰ ਮੰਨ ਲੈਂਦੇ ਹਨ, ਪਰ ਜੋ ਲੋਕ ਅਖੀਰ ਤੱਕ ਟਿਕੇ ਰਹਿੰਦੇ ਹਨ ਉਹੀ ਅਸਲ ਜਿੱਤ ਹਾਸਲ ਕਰਦੇ ਹਨ। ਉਸਦਾ ਆਪਣਾ ਸਫ਼ਰ ਵੀ ਕੁਝ ਐਸਾ ਹੀ ਸੀ। ਆਰੀਅਨ ਦਾ ਕੇਸ ਜਿੱਤਣ ਤੋਂ ਬਾਅਦ ਉਸ ਨੂੰ ਲੱਗਿਆ ਸੀ ਕਿ ਹੁਣ ਚੀਜ਼ਾਂ ਆਸਾਨ ਹੋ ਜਾਣਗੀਆਂ, ਪਰ ਹਕੀਕਤ ਇਸ ਤੋਂ ਉਲਟ ਸੀ। ਹੁਣ ਹਰ ਕੋਈ ਜਾਣ ਚੁੱਕਾ ਸੀ ਕਿ ਸੁਜਲ ਇੱਕ ਬੇਦ ਤਾਕਤਵਰ ਵਕੀਲ ਹੈ, ਪਰ ਇਸ ਦੇ ਨਾਲ ਹੀ ਉਸਦੀ ਰਾਹ 'ਚ ਨਵੇਂ ਦੁਸ਼ਮਣ ਵੀ ਖੜੇ ਹੋ ਗਏ ਸਨ। ਵੱਡੀਆਂ ਲਾ ਫਰਮਾਂ ਅਤੇ ਕਾਰਪੋਰੇਟ ਕੰਪਨੀਆਂ ਨੂੰ ਉਹ ਪਸੰਦ ਨਹੀਂ ਆਇਆ। ਉਹਨਾਂ ਲਈ ਉਹ ਇੱਕ ਵੱਡਾ ਖਤਰਾ ਬਣ ਚੁੱਕਾ ਸੀ ਜਿਸ ਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਲਾਜ਼ਮੀ ਸੀ। ਉਸ ਨੂੰ ਕਈ ਵੱਡੇ ਕਲਾਇੰਟਸ ਨੇ ਕੇਸ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਦੀ ਲਾ ਫਰਮ ਵਿੱਚ ਅਜੀਬ ਮੁਸ਼ਕਲਾਂ ਆਉਣ ਲੱਗੀਆਂ, ਇੱਥੋਂ ਤੱਕ ਕਿ ਉਸ ਦੇ ਪੁਰਾਣੇ ਪਾਰਟਨਰ ਵੀ ਉਸ ਦੇ ਨਾਲੋਂ ਵੱਖ ਹੋਣ ਲੱਗੇ। ਪਰ ਉਸਨੇ ਹਾਰ ਨਹੀਂ ਮੰਨੀ। ਉਸਨੇ ਖੁਦ ਨੂੰ ਯਾਦ ਕਰਵਾਇਆ ਕਿ ਇਹ ਸਿਰਫ ਇੱਕ ਟੈਸਟ ਹੈ, ਇੱਕ ਹੋਰ ਚੁਣੌਤੀ ਜਿਸ ਨੂੰ ਉਸਨੂੰ ਜਿੱਤਣਾ ਹੀ ਪਵੇਗਾ। ਫਿਰ ਇੱਕ ਦਿਨ ਉਸਨੂੰ ਇੱਕ ਹੋਰ ਵੱਡਾ ਕੇਸ ਮਿਲਿਆ। ਇਹ ਕੇਸ ਇੱਕ ਛੋਟੇ ਬਿਜ਼ਨਸਮੈਨ ਰਾਜੀਵ ਦਾ ਸੀ ਜਿਸ ਨੂੰ ਇੱਕ ਵੱਡੀ ਕੰਪਨੀ ਨੇ ਨਾਜਾਇਜ਼ ਤਰੀਕੇ ਨਾਲ ਬਰਬਾਦ ਕਰ ਦਿੱਤਾ ਸੀ। ਰਾਜੀਵ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਨਾਲ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਸੀ, ਪਰ ਵੱਡੀ ਕੰਪਨੀ ਨੇ ਉਸ ਦਾ ਆਈਡੀਆ ਚੁਰਾ ਲਿਆ ਅਤੇ ਆਪਣੀ ਮਜ਼ਬੂਤ ਬ੍ਰਾਂਡਿੰਗ ਅਤੇ ਤਾਕਤ ਦੇ ਜ਼ੋਰ ਤੇ ਉਸ ਨੂੰ ਬਾਜ਼ਾਰ ਤੋਂ ਹੀ ਹਟਾ ਦਿੱਤਾ। ਰਾਜੀਵ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਉਸਨੇ ਕਈ ਵਾਰ ਕੋਸ਼ਿਸ਼ ਕੀਤੀ, ਪਰ ਹਰ ਜਗ੍ਹਾ ਉਸ ਨੂੰ ਠੁਕਰਾ ਦਿੱਤਾ ਗਿਆ। ਕਿਸੇ ਵਿੱਚ ਵੀ ਉਸ ਕੰਪਨੀ ਵਿਰੁੱਧ ਹੋਣ ਦੀ ਹਿੰਮਤ ਨਹੀਂ ਸੀ। ਸੁਜਲ ਨੂੰ ਸਮਝ ਆ ਗਿਆ ਕਿ ਇਹ ਕੇਸ ਆਸਾਨ ਨਹੀਂ ਹੋਵੇਗਾ। ਸਾਹਮਣੇ ਸਿਰਫ ਇੱਕ ਵੱਡੀ ਕੰਪਨੀ ਹੀ ਨਹੀਂ ਸੀ, ਸਗੋਂ ਪੂਰਾ ਸਿਸਟਮ ਵੀ ਉਹਨਾਂ ਦੇ ਨਾਲ ਸੀ। ਜਦ ਉਹ ਕੋਰਟ ਵਿੱਚ ਕੇਸ ਦਾਇਰ ਕਰ ਚੁੱਕਾ, ਕੁਝ ਦਿਨਾਂ 'ਚ ਹੀ ਉਸ ਨੂੰ ਧਮਕੀਆਂ ਮਿਲਣ ਲੱਗੀਆਂ। ਅਣਜਾਣ ਨੰਬਰਾਂ ਤੋਂ ਫੋਨ ਆਉਣ ਲੱਗੇ ਜਿੱਥੇ ਉਸ ਨੂੰ ਕੇਸ ਛੱਡਣ ਦੀ ਸਲਾਹ ਦਿੱਤੀ ਜਾਂਦੀ। ਉਸ ਦੇ ਦਫ਼ਤਰ ਦੇ ਬਾਹਰ ਸ਼ੱਕੀ ਲੋਕ ਘੁੰਮਣ ਲੱਗੇ, ਇੱਥੋਂ ਤੱਕ ਕਿ ਇੱਕ ਰਾਤ ਉਸ ਦੀ ਗੱਡੀ ਦੇ ਬ੍ਰੇਕਾਂ 'ਚ ਵੀ ਛੇੜਛਾੜ ਕੀਤੀ ਗਈ। ਹੁਣ ਉਸ ਨੂੰ ਸਮਝ ਆ ਗਿਆ ਕਿ ਇਹ ਲੜਾਈ ਸਿਰਫ ਕਾਨੂੰਨੀ ਨਹੀਂ ਸੀ, ਇਹ ਇੱਕ ਵੱਖਰੀ ਹੀ ਜੰਗ ਸੀ। ਇੱਕ ਪਲ ਲਈ ਉਸਨੇ ਸੋਚਿਆ ਕਿ ਕੀ ਉਸ ਨੂੰ ਇਹ ਕੇਸ ਲੈਣਾ ਚਾਹੀਦਾ ਸੀ। ਕੀ ਇਹ ਉਸਦੇ ਕੈਰੀਅਰ ਅਤੇ ਜੀਵਨ ਲਈ ਬਹੁਤ ਵੱਡਾ ਰਿਸਕ ਨਹੀਂ ਸੀ? ਪਰ ਫਿਰ ਉਸਨੇ ਖੁਦ ਨੂੰ ਇੱਕ ਸਵਾਲ ਪੁੱਛਿਆ ਕਿ ਉਹ ਸਿਰਫ ਇਸ ਲਈ ਵਕੀਲ ਬਣਿਆ ਸੀ ਕਿ ਜਦ ਮੁਸ਼ਕਲਾਂ ਆਉਣ ਤਾਂ ਉਹ ਹਾਰ ਮੰਨ ਲਵੇ। ਕੀ ਉਸਦਾ ਜਜ਼ਬਾ ਸਿਰਫ ਇੱਕ ਕੇਸ ਤੱਕ ਸੀਮਤ ਸੀ? ਨਹੀਂ, ਉਸ ਨੂੰ ਲੜਨਾ ਹੀ ਸੀ, ਚਾਹੇ ਕੁਝ ਵੀ ਹੋਵੇ। ਉਸਨੇ ਆਪਣੀ ਟੀਮ ਨੂੰ ਹੋਰ ਮਜ਼ਬੂਤ ਕੀਤਾ, ਹਰ ਪੱਖੋਂ ਕੇਸ ਦੀ ਤਿਆਰੀ ਕੀਤੀ ਅਤੇ ਰਾਜੀਵ ਨਾਲ ਮਿਲ ਕੇ ਦਿਨ-ਰਾਤ ਮਿਹਨਤ ਕੀਤੀ। ਕੇਸ ਦੌਰਾਨ ਸਾਹਮਣੇ ਵਾਲੀ ਪਾਰਟੀ ਨੇ ਹਰ ਚਾਲ ਚਲੀ। ਉਹਨਾਂ ਨੇ ਝੂਠੇ ਸਬੂਤ ਪੇਸ਼ ਕੀਤੇ, ਗਵਾਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਇੱਥੋਂ ਤੱਕ ਕਿ ਕੋਰਟ ਵਿੱਚ ਸੁਜਲ ਦੀ ਬੇਇੱਜ਼ਤੀ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਪਿੱਛੇ ਨਹੀਂ ਹਟਿਆ। ਇੱਕ ਦਿਨ ਜਦ ਕੋਰਟ ਵਿੱਚ ਸਬੂਤਾਂ ਦੀ ਸਮੀਖਿਆ ਹੋ ਰਹੀ ਸੀ, ਸੁਜਲ ਨੂੰ ਸਾਹਮਣੇ ਵਾਲੀ ਪਾਰਟੀ ਦੇ ਦਸਤਾਵੇਜ਼ਾਂ 'ਚ ਇੱਕ ਛੋਟੀ ਗਲਤੀ ਨਜ਼ਰ ਆਈ। ਉਹਨਾਂ ਨੇ ਦਸਤਾਵੇਜ਼ਾਂ ਦੀ ਮਿਤੀਆਂ 'ਚ ਛੇੜਛਾੜ ਕੀਤੀ ਸੀ, ਜਿਸ ਨਾਲ ਇਹ ਸਾਬਤ ਹੋ ਸਕਦਾ ਸੀ ਕਿ ਉਹਨਾਂ ਨੇ ਰਾਜੀਵ ਦੇ ਆਈਡੀਆ ਨੂੰ ਜਾਣਬੁੱਝ ਕੇ ਚੁਰਾਇਆ ਸੀ। ਇਹ ਇੱਕ ਬਹੁਤ ਹੀ ਨਿਮਾਣਾ ਵੇਰਵਾ ਸੀ, ਪਰ ਸੁਜਲ ਜਾਣਦਾ ਸੀ ਕਿ ਕਈ ਵਾਰ ਜਿੱਤ ਅਤੇ ਹਾਰ ਵਿਚਲਾ ਅੰਤਰ ਸਿਰਫ ਇੱਕ ਛੋਟੀ ਦੀ ਡਿਟੇਲ ਜਾਂ ਕਿਸੇ ਦੀ ਪਰਸਿਸਟੈਂਸ ਹੁੰਦੀ ਹੈ। ਹਰ ਛੋਟੀ ਚੀਜ਼ ਨੂੰ ਦੁਬਾਰਾ ਜਾਂਚਣ ਦੀ ਆਦਤ ਹੀ ਇੱਕ ਵੱਡੀ ਜਿੱਤ ਦੀ ਕੁੰਜੀ ਬਣ ਸਕਦੀ ਸੀ। ਉਸਨੇ ਤੁਰੰਤ ਇਹ ਮਸਲਾ ਕੋਰਟ ਵਿੱਚ ਉਠਾਇਆ ਅਤੇ ਜਦੋਂ ਜੱਜ ਨੇ ਇਸ ਤੇ ਧਿਆਨ ਦਿੱਤਾ ਤਾਂ ਪੂਰਾ ਕੇਸ ਹੀ ਉਲਟ ਗਿਆ। ਆਖਿਰਕਾਰ ਮਹੀਨਿਆਂ ਦੀ ਲੜਾਈ ਤੋਂ ਬਾਅਦ
ਕੋਰਟ ਨੇ ਫੈਸਲਾ ਦਿੱਤਾ ਕਿ ਕੰਪਨੀ ਨੂੰ ਨਾ ਸਿਰਫ ਰਾਜੀਵ ਨੂੰ ਮੁਆਵਜ਼ਾ ਦੇਣਾ ਪਵੇਗਾ, ਸਗੋਂ ਉਸ ਦੇ ਬਿਜ਼ਨਸ ਨੂੰ ਮੁੜ ਸਥਿਰ ਕਰਨ ਵਿੱਚ ਵੀ ਮਦਦ ਕਰਨੀ ਪਵੇਗੀ। ਇਹ ਇੱਕ ਇਤਿਹਾਸਕ ਜਿੱਤ ਸੀ ਜਿਸ ਦੀ ਚਰਚਾ ਪੂਰੇ ਦੇਸ਼ 'ਚ ਹੋਣ ਲੱਗੀ। ਪਰ ਜੋ ਸਭ ਤੋਂ ਮਹੱਤਵਪੂਰਨ ਗੱਲ ਸੀ ਉਹ ਇਹ ਕਿ ਸੁਜਲ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਸੀ। ਉਸਨੇ ਇਹ ਦਿਖਾ ਦਿੱਤਾ ਕਿ ਜੇਕਰ ਇਨਸਾਨ ਪਰਸਿਸਟੈਂਸ ਨਾਲ ਕੰਮ ਕਰਦਾ ਰਹੇ ਤਾਂ ਕੋਈ ਵੀ ਤਾਕਤ ਉਸ ਨੂੰ ਹਰਾ ਨਹੀਂ ਸਕਦੀ। ਉਸ ਰਾਤ ਜਦੋਂ ਸੁਜਲ ਆਪਣੇ ਦਫ਼ਤਰ ਵਿੱਚ ਇਕੱਲਾ ਬੈਠਾ ਸੀ, ਉਸਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਉਹ ਸਮਾਂ ਜਦ ਉਹ ਸਿਰਫ ਇੱਕ ਆਮ ਵਕੀਲ ਸੀ, ਜਦ ਉਹ ਆਪਣੇ ਹੀ ਫੈਸਲਿਆਂ ਤੇ ਸੰਦੇਹ ਕਰਦਾ ਸੀ। ਪਰ ਹੁਣ ਉਹ ਬਦਲ ਚੁੱਕਾ ਸੀ। ਹੁਣ ਉਸਨੂੰ ਪਤਾ ਸੀ ਕਿ ਜਿੱਤ ਉਹ ਨਹੀਂ ਰਹਿੰਦੇ ਜੋ ਸਭ ਤੋਂ ਤੇਜ਼ ਦੌੜਦੇ ਹਨ, ਬਲਕਿ ਉਹ ਰਹਿੰਦੇ ਹਨ ਜੋ ਸਭ ਤੋਂ ਲੰਮੇ ਸਮੇਂ ਤੱਕ ਟਿਕੇ ਰਹਿੰਦੇ ਹਨ। ਹੁਣ ਉਸਨੂੰ ਕੋਈ ਰੋਕ ਨਹੀਂ ਸਕਦਾ ਸੀ, ਕਿਉਂਕਿ ਹੁਣ ਉਸਨੂੰ ਪਤਾ ਸੀ ਕਿ ਸਫਲਤਾ ਸਿਰਫ ਇੱਕ ਕਦਮ ਦੂਰ ਹੁੰਦੀ ਹੈ। ਸਿਰਫ ਉਸਨੂੰ ਪਾਉਣ ਲਈ ਥੋੜੀ ਹੋਰ ਪਰਸਿਸਟੈਂਸ ਦੀ ਲੋੜ ਹੁੰਦੀ ਹੈ। ਸੁਜਲ ਨੇ ਉਸ ਰਾਤ ਆਪਣੇ ਦਫ਼ਤਰ ਵਿੱਚ ਬੈਠ ਕੇ ਖੁਦ ਨੂੰ ਆਇਨੇ 'ਚ ਦੇਖਿਆ। ਉਸਦੀ ਅੱਖਾਂ 'ਚ ਥਕਾਵਟ ਸੀ, ਪਰ ਉਸਦੇ ਚਿਹਰੇ ਤੇ ਸੰਤੋਸ਼। ਰਾਜੀਵ ਦਾ ਕੇਸ ਜਿੱਤਣ ਤੋਂ ਬਾਅਦ ਉਸਦੀ ਪਛਾਣ ਹੋਰ ਵੀ ਮਜ਼ਬੂਤ ਹੋ ਗਈ ਸੀ, ਪਰ ਇਸ ਦੇ ਨਾਲ ਹੀ ਨਵੇਂ ਦੁਸ਼ਮਣ ਵੀ ਖੜੇ ਹੋ ਗਏ ਸਨ। ਵੱਡੀਆਂ ਲਾ ਫਰਮਾਂ ਅਤੇ ਕਾਰਪੋਰੇਟ ਕੰਪਨੀਆਂ ਹੁਣ ਉਸਨੂੰ ਇੱਕ ਵੱਡੇ ਖਤਰੇ ਵਜੋਂ ਦੇਖਣ ਲੱਗੀਆਂ। ਉਸਨੇ ਸੋਚਿਆ ਸੀ ਕਿ ਇਹ ਕੇਸ ਜਿੱਤਣ ਤੋਂ ਬਾਅਦ ਜ਼ਿੰਦਗੀ ਆਸਾਨ ਹੋ ਜਾਵੇਗੀ, ਪਰ ਅਸਲ ਸੱਚਾਈ ਇਹ ਸੀ ਕਿ ਇਹ ਲੜਾਈ ਤਾਂ ਸਿਰਫ ਸ਼ੁਰੂਆਤ ਸੀ। ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਸੁਜਲ ਨੂੰ ਕਈ ਹੋਰ ਲੋਕ ਮਿਲੇ ਜੋ ਸਿਸਟਮ ਦੀ ਮਾਰ ਚੱਲ ਰਹੇ ਸਨ। ਛੋਟੇ-ਛੋਟੇ ਬਿਜ਼ਨਸ, ਆਮ ਲੋਕ, ਉਹ ਲੋਕ ਜਿਨ੍ਹਾਂ ਕੋਲ ਨਾ ਪੈਸਾ ਸੀ ਨਾ ਤਾਕਤ, ਪਰ ਉਹਨਾਂ ਕੋਲ ਇੱਕ ਆਖਰੀ ਚੀਜ਼ ਸੀ, ਨਿਆਂ ਦੀ ਉਮੀਦ। ਸੁਜਲ ਨੂੰ ਅਹਿਸਾਸ ਹੋਇਆ ਕਿ ਹੁਣ ਉਹ ਸਿਰਫ ਇੱਕ ਵਕੀਲ ਨਹੀਂ ਬਲਕਿ ਇੱਕ ਉਮੀਦ ਬਣ ਚੁੱਕਾ ਸੀ। ਉਸਨੇ ਫੈਸਲਾ ਕੀਤਾ ਕਿ ਹੁਣ ਉਹ ਸਿਰਫ ਉੱਚ ਪੱਧਰੀ ਕੇਸਾਂ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਉਹ ਉਹਨਾਂ ਲੋਕਾਂ ਲਈ ਵੀ ਲੜੇਗਾ ਜਿਨ੍ਹਾਂ ਕੋਲ ਕੋਈ ਹੋਰ ਵਿਕਲਪ ਨਹੀਂ। ਪਰ ਇਹ ਸਫ਼ਰ ਆਸਾਨ ਨਹੀਂ ਸੀ। ਰਾਜੀਵ ਦੇ ਕੇਸ ਤੋਂ ਬਾਅਦ ਸੁਜਲ ਨੂੰ ਮੁੜ-ਮੁੜ ਧਮਕੀਆਂ ਮਿਲਣ ਲੱਗੀਆਂ। ਉਸ ਦੀ ਲਾ ਫਰਮ ਤੇ ਆਇਕਰ ਵਿਭਾਗ ਨੇ ਰੇਡ ਮਾਰੀ, ਉਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਅਤੇ ਕੁਝ ਕਲੀਅੰਟਸ ਨੂੰ ਡਰਾ ਧਮਕਾ ਕੇ ਉਸ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ। ਇੱਕ ਪਲ ਲਈ ਉਸਨੇ ਸੋਚਿਆ ਕਿ ਕੀ ਉਸ ਨੂੰ ਇਹ ਸਭ ਛੱਡ ਦੇਣਾ ਚਾਹੀਦਾ, ਕਿ ਇਹ ਲੜਾਈ ਉਸ ਦੇ ਬਸ ਦੀ ਗੱਲ ਸੀ। ਪਰ ਫਿਰ ਉਸ ਨੂੰ ਆਪਣੀ ਇੱਕ ਕਿਤਾਬ ਦੀ ਲਾਈਨ ਯਾਦ ਆਈ, ਪਰਸਿਸਟੈਂਸ ਇਜ਼ ਦ ਡਿਫਰੈਂਸ ਬੀਟਵੀਨ ਸਕਸੈਸ ਐਂਡ ਫੇਲਿਅਰ। ਉਸਨੇ ਆਪਣੇ ਡਰ ਨੂੰ ਮਾਤ ਦੇਣ ਦਾ ਫੈਸਲਾ ਕੀਤਾ। ਉਹ ਮੀਡੀਆ ਵਿੱਚ ਆਇਆ ਅਤੇ ਖੁੱਲ੍ਹ ਕੇ ਇਹ ਸਾਜ਼ਿਸ਼ਾਂ ਬੇਨਕਾਬ ਕੀਤੀਆਂ। ਉਸਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ ਤੇ ਹੌਲੀ-ਹੌਲੀ ਲੋਕਾਂ ਨੂੰ ਸੱਚਾਈ ਸਮਝ ਆਉਣ ਲੱਗੀ। ਕਈ ਨੌਜਵਾਨ ਵਕੀਲ ਉਸ ਦੀ ਟੀਮ ਵਿੱਚ ਸ਼ਾਮਲ ਹੋਣ ਲੱਗੇ। ਹੌਲੀ-ਹੌਲੀ ਉਸ ਦੀ ਲਾ ਫਰਮ ਮੁੜ ਖੜੀ ਹੋ ਗਈ। ਹੁਣ ਉਸ ਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਸੀ ਕਿ ਅਸਲੀ ਤਾਕਤ ਸਿਰਫ ਕਾਨੂੰਨ 'ਚ ਨਹੀਂ, ਸਗੋਂ ਲੋਕਾਂ ਦੀ ਇਕਜੁੱਟਤਾ 'ਚ ਹੁੰਦੀ ਹੈ। ਕੁਝ ਮਹੀਨਿਆਂ ਬਾਅਦ ਉਸ ਨੂੰ ਇੱਕ ਹੋਰ ਵੱਡਾ ਕੇਸ ਮਿਲਿਆ। ਇਹ ਕੇਸ ਇੱਕ ਗਰੀਬ ਕਿਸਾਨ ਪਰਿਵਾਰ ਦਾ ਸੀ ਜਿਸ ਨੂੰ ਇੱਕ ਵੱਡੀ ਰੀਅਲ ਅਸਟੇਟ ਕੰਪਨੀ ਨੇ ਉਹਨਾਂ ਦੀ ਜ਼ਮੀਨ 'ਚੋਂ ਜ਼ਬਰਦਸਤ ਬੇਦਖਲ ਕਰ ਦਿੱਤਾ ਸੀ। ਇਹ ਕੇਸ ਕਾਨੂੰਨੀ ਤੌਰ ਤੇ ਬਹੁਤ ਮੁਸ਼ਕਲ ਸੀ, ਕਿਉਂਕਿ ਕੰਪਨੀ ਕੋਲ ਉਹਨਾਂ ਦੇ ਹੱਕ ਵਿੱਚ ਸਾਰੇ ਦਸਤਾਵੇਜ਼ ਸਨ ਜੋ ਇਹ ਸਾਬਤ ਕਰਦੇ ਸਨ ਕਿ ਜ਼ਮੀਨ ਉਹਨਾਂ ਦੀ ਹੈ। ਪਰ ਸੁਜਲ ਜਾਣਦਾ ਸੀ ਕਿ ਅਸਲ ਸੱਚਾਈ ਕੁਝ ਹੋਰ ਸੀ। ਇਹ ਕੇਸ ਲੰਮਾ ਚੱਲਿਆ। ਕੰਪਨੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ, ਪਰ ਸੁਜਲ ਅਡੋਲ ਰਿਹਾ। ਆਖਿਰ ਇੱਕ ਪੁਰਾਣਾ ਦਸਤਾਵੇਜ਼ ਮਿਲਿਆ ਜਿਸ ਨਾਲ ਇਹ ਸਾਬਤ ਹੋ ਗਿਆ ਕਿ ਕਿਸਾਨਾਂ ਦੀ ਜ਼ਮੀਨ ਤੇ ਗਲਤ ਤਰੀਕੇ ਨਾਲ ਕਬਜ਼ਾ ਕੀਤਾ ਗਿਆ ਸੀ। ਕੋਰਟ ਨੇ ਫੈਸਲਾ ਕਿਸਾਨਾਂ ਦੇ ਹੱਕ 'ਚ ਦਿੱਤਾ। ਇਹ ਜਿੱਤ ਸਿਰਫ ਕਾਨੂੰਨੀ ਨਹੀਂ ਸੀ, ਸਗੋਂ ਇਹ ਇੱਕ ਸੰਦੇਸ਼ ਸੀ ਕਿ ਜੇਕਰ ਇਨਸਾਨ ਡਟ ਕੇ ਲੜੇ ਤਾਂ ਉਹ ਕਿਸੇ ਵੀ ਤਾਕਤ ਨੂੰ ਹਰਾ ਸਕਦਾ ਹੈ। ਉਸ ਦਿਨ ਸੁਜਲ ਨੂੰ ਅਹਿਸਾਸ ਹੋਇਆ ਕਿ ਉਸਨੇ ਜੋ ਸਫ਼ਰ ਸ਼ੁਰੂ ਕੀਤਾ ਸੀ ਉਹ ਸਿਰਫ ਉਸ ਦੀ ਆਪਣੀ ਕਾਮਯਾਬੀ ਦੀ ਕਹਾਣੀ ਨਹੀਂ ਸੀ, ਬਲਕਿ ਉਹ ਉਹਨਾਂ ਸਭ ਲੋਕਾਂ ਦੀ ਕਹਾਣੀ ਸੀ ਜੋ ਆਪਣੇ ਹੱਕ ਲਈ ਲੜ ਰਹੇ ਸਨ। ਹੁਣ ਉਸਨੂੰ ਕਿਸੇ ਪਛਾਣ ਦੀ ਲੋੜ ਨਹੀਂ ਸੀ, ਕਿਉਂਕਿ ਉਸਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਸੀ। ਉਸਨੂੰ ਸਮਝ ਆ ਗਿਆ ਸੀ ਕਿ ਅਸਲੀ ਜਿੱਤ ਉਹ ਹੁੰਦੀ ਹੈ ਜੋ ਸਿਰਫ ਆਪਣੇ ਲਈ ਨਹੀਂ, ਸਗੋਂ ਹੋਰਾਂ ਲਈ ਵੀ ਹੋਵੇ। ਉਸ ਰਾਤ ਜਦੋਂ ਉਹ ਆਪਣੇ ਦਫ਼ਤਰ ਵਿੱਚ ਬੈਠਾ ਸੀ, ਉਸਨੇ ਆਪਣੀ ਕਿਤਾਬ ਨੂੰ ਦੁਬਾਰਾ ਖੋਲ੍ਹਿਆ। ਉਸਨੂੰ ਲੱਗਾ ਜਿਵੇਂ ਹਰ ਸ਼ਬਦ ਉਸਨੂੰ ਕਹਿ ਰਿਹਾ ਹੋਵੇ, ਪਰਸਿਸਟੈਂਸ ਹਮੇਸ਼ਾ ਕਾਮਯਾਬੀ ਦਿੰਦੀ ਹੈ। ਉਸਨੇ ਮੁਸਕਰਾ ਕੇ ਕਿਤਾਬ ਬੰਦ ਕਰ ਦਿੱਤੀ। ਹੁਣ ਉਸਨੂੰ ਕੋਈ ਰੋਕ ਨਹੀਂ ਸਕਦਾ ਸੀ, ਕਿਉਂਕਿ ਹੁਣ ਉਹ ਜਾਣ ਚੁੱਕਾ ਸੀ ਕਿ ਕਾਮਯਾਬੀ ਸਿਰਫ ਕਾਬਲੀਅਤ ਨਾਲ ਨਹੀਂ ਮਿਲਦੀ, ਬਲਕਿ ਉਹਨਾਂ ਨੂੰ ਮਿਲਦੀ ਹੈ ਜੋ ਆਖਰੀ ਤੱਕ ਡਟੇ ਰਹਿੰਦੇ ਹਨ।